Hello everybody, I am Sharon. I welcome you all on the official channel of Erudition Studies. ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਮਾਡਰਨ ਹਿਸਟਰੀ ਨੂੰ ਅੱਗੇ ਲੈ ਕੇ ਜਾਣਾ ਹੈ ਰਾਈਟ। ਸਾਰੇ ਹੀ ਮਾਡਰਨ ਹਿਸਟਰੀ ਦੇ ਆਲਮੋਸਟ 11 ਪਾਰਟਸ ਹੈ ਜੋ ਕਿ ਪਹਿਲਾਂ ਹੀ ਤੁਹਾਨੂੰ ਮਿਲ ਚੁੱਕੇ ਨੇ ਹੈ ਨਾ, ਔਰ ਇਹ ਸਾਡਾ ਅੱਜ ਦਾ 12th ਪਾਰਟ ਰਹੂਗਾ ਓਕੇ। ਐਂਡ ਅੱਜ ਥੋੜਾ ਜਿਹਾ ਬੀਅਰ ਕਰ ਲੈਣਾ ਬਿਕਾਜ਼ ਮੇਰਾ ਟੈਬ ਖਰਾਬ ਹੋ ਗਿਆ ਹੋਇਆ ਪੈਨ ਟੈਬ ਐਂਡ ਮੇ ਬੀ 48 ਆਵਰਸ ਦੇ ਵਿੱਚ ਪ੍ਰੋਬਲਮ ਜੋ ਹੈ ਰਿਜ਼ੋਲਵ ਹੋਏਗੀ, ਇਸੇ ਕਰਕੇ ਤੁਹਾਨੂੰ ਵੀਡੀਓਜ਼ ਵੀ ਨਹੀਂ ਮਿਲ ਰਹੀਆਂ ਸੀ। ਬਟ ਅੱਜ ਮੈਨੂੰ ਲੱਗਿਆ ਕਿ ਇਟ ਵਿਲ ਟੇਕ ਅਪ ਆਲਮੋਸਟ 2 to 3 more days ਰਾਈਟ। ਦੈਟ ਇਜ਼ ਵਾਈ ਮੈਂ ਅੱਜ ਇਹਨੂੰ ਐਜ਼ ਇਟ ਇਜ਼ ਹੀ ਰਿਕਾਰਡ ਕਰ ਰਹੀ ਹਾਂ ਐਂਡ ਕੁਛ ਰਾਈਟਿੰਗ ਦੇ ਵਿੱਚ ਓਬਵੀਅਸਲੀ ਪ੍ਰੋਬਲਮ ਹੋ ਸਕਦੀ ਹੈ, ਤਾਂ ਪਲੀਜ਼ ਮੇਰੇ ਬੋਲਣ ਵੱਲ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇ ਲੈਣਾ ਠੀਕ ਹੈ। ਅਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਇਸ ਸੈਸ਼ਨ ਨੂੰ ਦੇਖ ਰਹੇ ਹੈ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਐਰੂਡੀਸ਼ਨ ਸਟੱਡੀਜ਼ ਦੇ ਚੈਨਲ ਦੇ ਉੱਪਰ ਤੁਹਾਨੂੰ ਵੀਕਲੀ ਕਰੰਟ ਅਫੇਅਰਸ ਮਿਲਦੇ ਨੇ ਆਲਰਾਈਟ। ਐਂਡ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਨਰਲ ਸਟੱਡੀਜ਼ ਦੇ ਵਿੱਚ ਨਾ ਸਟਾਰਟ ਕੀਤਾ ਹੋਇਆ ਮਾਡਰਨ ਹਿਸਟਰੀ ਦਾ ਕ੍ਰੈਸ਼ ਕੋਰਸ ਓਕੇ। ਔਰ ਅਗਰ ਤੁਸੀਂ ਪਹਿਲੇ ਵਾਲੇ ਲੈਕਚਰਸ ਨਹੀਂ ਦੇਖੇ ਤਾਂ ਪਹਿਲਾਂ ਪਲੀਜ਼ ਉਹਨਾਂ ਨੂੰ ਦੇਖ ਲੈਣਾ। ਐਂਡ ਪਹਿਲਾਂ ਹੀ ਲੈਕਚਰ ਦੇਖਦਿਆਂ ਅਗਰ ਤੁਹਾਡੇ ਮੂੰਹ ਦੇ ਵਿੱਚੋਂ ਵਾਓ ਨਾ ਨਿਕਲੇ, ਅਗਰ ਤੁਹਾਨੂੰ ਲੱਗੇ ਕਿ ਨਹੀਂ ਹਾਲੇ ਕੁਝ ਕਮੀ ਹੈ ਤਾਂ ਬਿਲਕੁਲ ਵੀ ਲਾਈਕ ਨਾ ਕਰਨਾ। ਬਟ ਅਗਰ ਤੁਹਾਨੂੰ ਲੱਗਦਾ ਕਿ ਯੈਸ ਮੈਂ ਜੋ ਤੁਹਾਨੂੰ ਪ੍ਰੋਵਾਈਡ ਕੀਤਾ ਉਹਦੇ ਵਿੱਚ ਤੁਹਾਨੂੰ ਮਿਹਨਤ ਦਿਖੇ ਮੇਰੀ, ਤਾਂ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਠੀਕ ਹੈ। ਤਾਂ ਸਟਾਰਟ ਕਰਾਂਗੇ ਅਸੀਂ ਅੱਜ ਦੇ ਸੈਸ਼ਨ ਨੂੰ, ਜਿਸ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਜੋ ਬ੍ਰਿਟਿਸ਼ ਹੈ ਨਾ, ਉਹਨਾਂ ਨੇ ਜੋ ਵੀ ਟਾਈਮ ਟੂ ਟਾਈਮ ਪੋਲਿਸੀਜ਼ ਬਣਾਈਆਂ ਉਹਨਾਂ ਦਾ ਇੰਡੀਆ ਦੇ ਉੱਪਰ ਕੀ ਇੰਪੈਕਟ ਪਿਆ ਰਾਈਟ। ਤਾਂ ਫਿਰ ਕਰਦੇ ਹਾਂ ਵਿਦਆਊਟ ਐਨੀ ਡਿਲੇ ਸਟਾਰਟ। ਹਾਂਜੀ, ਅਗਰ ਤੁਸੀਂ ਬ੍ਰਿਟਿਸ਼ ਪੋਲਿਸੀਜ਼ ਦੀ ਗੱਲ ਕਰੋਗੇ ਤਾਂ ਇਸ ਦੇ ਵਿੱਚ ਅਸੀਂ ਕੁਝ ਇੱਕ ਪਾਰਟਸ ਨੂੰ ਡਿਸਕਸ ਕਰਾਂਗੇ ਰਾਈਟ। ਵੈਸੇ ਜ਼ਿਆਦਾਤਰ ਬ੍ਰਿਟਿਸ਼ ਪੋਲਿਸੀਜ਼ ਜਾਂ ਤਾਂ ਇੰਪੀਰੀਅਲ ਸੀਗੀਆਂ ਜਾਂ ਇਕਨੋਮਿਕ ਪੋਲਿਸੀ ਸੀ, ਐਡੂਕੇਸ਼ਨਲ ਪੋਲਿਸੀ ਸੀ, ਐਡਮਿਨਿਸਟ੍ਰੇਟਿਵ ਪੋਲਿਸੀ ਸੀ ਐਂਡ ਪ੍ਰੈਸ ਪੋਲਿਸੀਜ਼ ਐਂਡ ਕਲਚਰਲ ਪੋਲਿਸੀਜ਼ ਰਾਈਟ। ਜਿਸ ਦੇ ਵਿੱਚੋਂ ਅੱਜ ਅਸੀਂ ਆਲਮੋਸਟ ਇਕਨੋਮਿਕ ਪੋਲਿਸੀ ਤੱਕ ਦਾ ਕਵਰ ਕਰਾਂਗੇ ਲੈਕਚਰ, ਜਿਸ ਦੇ ਵਿੱਚ ਅਸੀਂ ਜਿਹੜੇ ਇਹਨਾਂ ਦੇ ਲੈਂਡ ਸਿਸਟਮਸ ਹੈਗੇ ਨਾ ਉਹਨਾਂ ਨੂੰ ਵੀ ਵਿੱਚ ਹੀ ਕਵਰ ਕਰ ਲੈਣਾ ਓਕੇ। ਤਾਂ ਫਿਰ ਸਟਾਰਟ ਕਰਾਂਗੇ ਪਹਿਲੀ ਪੋਲਿਸੀ ਤੋਂ। ਅਗਰ ਤੁਸੀਂ ਇੰਪੀਰੀਅਲ ਪੋਲਿਸੀ ਦੇਖੋਗੇ ਤਾਂ ਇੰਪੀਰੀਅਲ ਪੋਲਿਸੀ ਦੇ ਵਿੱਚ ਨਾ ਤੁਸੀਂ ਕਹਿ ਸਕਦੇ ਹੋ ਕਿ ਬ੍ਰਿਟਿਸ਼ ਨੇ 3 ਤਰ੍ਹਾਂ ਦੀਆਂ ਪੋਲਿਸੀਜ਼ ਹੈ ਜੋ ਕਿ ਸਾਡੇ ਇੰਡੀਆ ਦੇ ਵਿੱਚ ਸਟਾਰਟ ਕੀਤੀਆਂ ਸੀ ਠੀਕ ਹੈ, ਜਿਨ੍ਹਾਂ ਨੂੰ ਅਸੀਂ ਇੰਪੀਰੀਅਲ ਵਾਲੇ ਦੇ ਅੰਡਰ ਰੱਖ ਸਕਦੇ ਹਾਂ ਓਕੇ। ਪਹਿਲੀ ਚੀਜ਼ ਤਾਂ ਇਹ ਕਿ ਸਟਾਰਟ ਕੀਤੀ ਗਈ ਸੀ ਸਬਸਿਡਰੀ ਅਲਾਇੰਸ, ਜਿਸ ਦੇ ਬਾਰੇ ਤੁਸੀਂ ਅੱਜ ਪਹਿਲੇ ਨੰਬਰ ਦੇ ਉੱਪਰ ਹੀ ਦੇਖ ਰਹੇ ਹੋ ਰਾਈਟ। ਸਬਸਿਡਰੀ ਅਲਾਇੰਸ ਤੋਂ ਬਾਅਦ ਲੈਪਸ ਦੀ ਨੀਤੀ ਆ ਜਾਊਗੀ ਓਕੇ। ਤੇ ਜਿੱਦਾਂ ਹੀ ਲੈਪਸ ਦੀ ਨੀਤੀ ਖਤਮ ਕਰਾਂਗੇ ਤਾਂ ਉਸ ਤੋਂ ਬਾਅਦ ਕੁਝ ਮਿਸਲੇਨੀਅਸ ਆ ਜਾਣੀਆਂ ਲਾਈਕ ਰਿੰਗ ਆਫ ਫੈਂਸ ਐਕਸੈਟਰਾ ਰਾਈਟ। ਤਾਂ ਇਹਨਾਂ ਨੂੰ ਡਿਸਕਸ ਕਰਨ ਲੱਗਿਆ ਸਭ ਤੋਂ ਪਹਿਲੀ ਪੋਲਿਸੀ ਦੇਖਾਂਗੇ। ਔਰ ਯਾਦ ਰੱਖਣਾ ਇੰਪੀਰੀਅਲ ਪੋਲਿਸੀਜ਼ ਦੇ ਵਿੱਚੋਂ ਐਂਡ ਲੈਂਡ ਵਾਲੀ ਸਾਈਡ ਤੋਂ ਹੱਦ ਤੋਂ ਜ਼ਿਆਦਾ ਕੁਐਸਚਨਸ ਜੋ ਹੈਗੇ ਪੁੱਛੇ ਜਾਂਦੇ ਆ ਰਾਈਟ। ਇਸ ਲਈ ਤੁਸੀਂ ਇਹਨਾਂ ਪਾਰਟਸ ਨੂੰ ਬਹੁਤ ਹੀ ਜ਼ਿਆਦਾ ਧਿਆਨ ਨਾਲ ਸਮਝਣਾ ਓਕੇ। ਜਦੋਂ ਅਸੀਂ ਸਿੰਪਲੀ ਸਬਸਿਡਰੀ ਅਲਾਇੰਸ ਦੀ ਗੱਲ ਕਰਦੇ ਹਾਂ ਰਾਈਟ, ਕਿਉਂਕਿ ਦੇਖੋ ਇੰਪੀਰੀਅਲ ਦਾ ਮਤਲਬ ਕੀ ਹੈ, ਸਮਰਾਜਵਾਦ, ਯਾਨੀ ਕਿ ਆਪਣਾ ਜਿਹੜਾ ਏਰੀਆ ਹੈ ਬ੍ਰਿਟਿਸ਼ ਕੀ ਚਾਹੁੰਦੇ ਸੀਗੇ ਕਿ ਅਸੀਂ ਆਪਣੇ ਏਰੀਆ ਦਾ ਵਿਸਥਾਰ ਕਰੀਏ ਜ਼ਿਆਦਾ ਤੋਂ ਜ਼ਿਆਦਾ ਰਾਈਟ। ਇਸ ਦਾ ਮਤਲਬ ਹੈ ਇਹਦੇ ਅੰਦਰ ਉਹ ਵਾਲੀਆਂ ਪੋਲਿਸੀਜ਼ ਆਉਣਗੀਆਂ ਇੰਪੀਰੀਅਲਿਜ਼ਮ ਦੇ ਵਿੱਚ, ਜਿਸ ਦੇ ਵਿੱਚ ਕੀ ਕੁਛ ਨਾ ਕੁਛ ਐਦਾਂ ਦਾ ਕੀਤਾ ਜਾਏਗਾ ਜਿਸ ਦੇ ਨਾਲ ਇੰਡੀਆ ਦੇ ਵਿੱਚ ਜਿੰਨੀਆਂ ਵੀ ਪ੍ਰੋਵਿੰਸ਼ੀਅਲ ਸਟੇਟਸ ਹੈ, ਜਿੰਨੀਆਂ ਵੀ ਦੇਸੀ ਰਿਆਸਤਾਂ ਆ, ਜਿੰਨੇ ਵੀ ਏਰੀਆਜ਼ ਹੈ ਉਹਨਾਂ ਨੂੰ ਬ੍ਰਿਟਿਸ਼ ਆਪਣੇ ਅੰਡਰ ਕਰਨ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਪਤਾ ਹੈ ਸ਼ੁਰੂ ਦੇ ਵਿੱਚ ਅਗਰ ਅਸੀਂ ਬ੍ਰਿਟਿਸ਼ ਨੂੰ ਦੇਖਦੇ ਹਾਂ, ਜੋ ਅਸੀਂ ਪਿਛਲੇ ਕੁਝ ਲੈਕਚਰਸ ਵਿੱਚ ਦੇਖਿਆ, ਸ਼ੁਰੂ ਦੇ ਵਿੱਚ ਬ੍ਰਿਟਿਸ਼ ਸਿਰਫ ਇੱਕ ਕੰਪਨੀ ਬਣ ਕੇ ਆਏ ਸੀ, ਸਿਰਫ ਉਹਨਾਂ ਦਾ ਮਕਸਦ ਸੀ ਅਸੀਂ ਟ੍ਰੇਡ ਕਰਾਂਗੇ ਰਾਈਟ। ਪਰ ਧੀਰੇ ਕਰਕੇ ਕੀ ਹੋਣਾ ਸਟਾਰਟ ਹੋਇਆ, ਜੋ ਅਸੀਂ ਲਾਸਟ ਕੁਝ ਲੈਕਚਰਸ ਵਿੱਚ ਦੇਖ ਰਹੇ ਹਾਂ, ਇਹਨਾਂ ਨੇ ਬੰਗਾਲ ਦੇ ਉੱਪਰ ਕਬਜ਼ਾ ਕੀਤਾ, ਮੈਸੂਰ ਤੇ ਕਬਜ਼ਾ ਕੀਤਾ, ਮਰਾਠਾਸ ਦੇ ਨਾਲ ਵਾਰਸ ਕਰਕੇ ਉਹਨਾਂ ਦੇ ਜੋ ਕਿੰਗਡਮ ਹੈ ਉਹਨਾਂ ਤੇ ਕਬਜ਼ਾ ਕੀਤਾ। ਆਫਟਰ ਦੈਟ ਸਾਡੇ ਪੰਜਾਬ ਨੂੰ ਵੀ ਇਹਨਾਂ ਨੇ ਅਨੈਕਸ ਕਰ ਲਿਆ ਹੈ ਨਾ, ਫਿਰ ਅਵਧ ਆਇਆ, ਫਿਰ ਸਿੰਧ ਆਇਆ। ਇਸ ਦਾ ਮਤਲਬ ਇਹ ਹੈ ਕਿ ਧੀਰੇ ਕਰਕੇ ਜਿਹੜੇ ਬ੍ਰਿਟਿਸ਼ ਹੈ ਉਹ ਨਾ ਆਪਣੇ ਇੰਡੀਆ ਦੇ ਵਿੱਚ ਕੰਟੀਨਿਊਸਲੀ ਵੱਧਦੇ ਜਾ ਰਹੇ ਹੈ ਨਾ, ਸਾਰੇ ਦੇ ਸਾਰੇ ਜਿਹੜੇ ਏਰੀਆਜ਼ ਹੈ ਉਹ ਆਪਣੇ ਅੰਡਰ ਲੈਣ ਦੀ ਕੋਸ਼ਿਸ਼ ਕਰਦੇ ਜਾ ਰਹੇ ਨੇ ਹੈ ਨਾ। ਤਾਂ ਹੁਣ ਇਹਨਾਂ ਦਾ ਲਾਲਚ ਵੱਧ ਚੁੱਕਿਆ ਹੈ ਓਕੇ। ਇਸ ਕਰਕੇ ਇਹਨਾਂ ਨੇ 3 ਤਰ੍ਹਾਂ ਦੀਆਂ ਪੋਲਿਸੀਜ਼ ਲਿਆਂਦੀਆਂ ਓਕੇ, ਜਿਨ੍ਹਾਂ ਬਾਰੇ ਇੰਪੀਰੀਅਲ ਵਿੱਚ ਗੱਲ ਕਰਾਂਗੇ ਓਕੇ ਆਲਰਾਈਟ। ਜਦੋਂ ਤੁਸੀਂ ਗੱਲ ਕਰਦੇ ਹੋ ਨੋਰਮਲੀ ਅਸੀਂ ਜਦੋਂ ਸਬਸਿਡਰੀ ਅਲਾਇੰਸ ਨੂੰ ਦੇਖਦੇ ਹਾਂ ਸਾਡੇ ਦਿਮਾਗ ਦੇ ਵਿੱਚ ਨਾ ਇੱਕ ਹੀ ਚੀਜ਼ ਹੈ ਜੋ ਕਿ ਡਾਇਰੈਕਟ ਸਟ੍ਰਾਈਕ ਕਰਦੀ ਹੈ ਨਾ,
ਸਾਡੇ ਦਿਮਾਗ ਦੇ ਵਿੱਚ ਸਟ੍ਰਾਈਕ ਕਰਦਾ ਹੈ ਜੀ ਲੋਰਡ ਵੈਲੇਸਲੀ, ਹੈ ਨਾ। ਬਟ ਦੇਖੋ ਇਸ ਪਾਲਿਸੀ ਦੇ ਨਾਲ 3 ਪਰਸਨ ਹੋਣਗੇ ਜੋ ਕਿ ਰਿਲੇਟ ਕਰਨਗੇ, ਓਕੇ। ਸਭ ਤੋਂ ਪਹਿਲਾਂ ਅਗਰ ਤੁਸੀਂ ਗੱਲ ਕਰਦੇ ਹੋ, ਇਹ ਵਾਲੀ ਪਾਲਿਸੀ ਇੱਕ ਫ੍ਰੈਂਚ ਪਰਸਨ ਸੀਗਾ, ਫ੍ਰੈਂਚ ਗਵਰਨਰ ਸੀ ਜਿਸ ਨੇ ਸਟਾਰਟ ਕੀਤੀ ਸੀ, ਓਕੇ। ਉਸਦਾ ਨਾਮ ਸੀਗਾ ਗਵਰਨਰ ਜੋਸਫ ਫ੍ਰੈਂਕੋਇਸ ਡਿਊਪਲੈਕਸ, ਓਕੇ। ਜ਼ਿਆਦਾਤਰ ਤੁਸੀਂ ਇਹਨੂੰ ਡਿਊਪਲੈਕਸ ਤੋਂ ਹੀ ਯਾਦ ਰੱਖ ਸਕਦੇ ਹੋ ਕਿਉਂਕਿ ਫੇਮਸ ਇਹ ਐਸੇ ਨਾਮ ਤੋਂ ਹੀ ਹੈ, ਓਕੇ। ਇਹਨੇ ਸਟਾਰਟ ਕੀਤੀ ਸੀ, ਯਾਨੀ ਕਿ ਹਾਲੇ ਸਿਰਫ ਸ਼ੁਰੂਆਤ ਹੈ, ਬਟ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਬਹੁਤ ਜ਼ਿਆਦਾ ਅੱਗੇ ਚੱਲ ਗਈ ਹੈ, ਓਕੇ। ਫਿਰ ਧੀਰੇ ਧੀਰੇ ਕਰਕੇ ਇਸ ਨੂੰ ਰੋਬਰਟ ਕਲਾਈਵ ਨੇ ਵੀ ਨਾ ਅਡੋਪਟ ਕੀਤਾ, ਓਕੇ। ਹੁਣ ਰੋਬਰਟ ਕਲਾਈਵ ਜੋ ਹੈ ਇਹਨੇ ਅਡੋਪਟ ਕੀਤਾ, ਬਟ ਜਦੋਂ ਅਸੀਂ ਡਿਊਪਲੈਕਸ ਦੀ ਗੱਲ ਕਰਾਂਗੇ ਇਸਨੇ ਸਟਾਰਟ ਕਦੋਂ ਕੀਤੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ, ਰਾਈਟ। ਤਾਂ ਇਸਨੇ ਨਾ 1740 ਦੇ ਵਿੱਚ ਕੀ ਕੀਤਾ ਸੀਗਾ, ਜੋ ਹੈਦਰਾਬਾਦ ਦਾ ਨਿਜ਼ਾਮ ਸੀਗਾ ਉਸ ਦੇ ਨਾਲ ਔਰ ਇਸ ਦੇ ਨਾਲ ਨਾਲ ਇੰਡੀਆ ਦੇ ਕਰਨਾਟਕ ਰੀਜਨ ਹੈ ਨਾ, ਕਰਨਾਟਕਾ ਵਾਲਾ ਰੀਜਨ, ਉਸ ਦੇ ਵਿੱਚ ਕੁਝ ਟ੍ਰੀਟੀਜ਼ ਕੀਤੀਆਂ ਸੀ ਔਰ ਉਹ ਸਾਰੀਆਂ ਟ੍ਰੀਟੀਜ਼ ਸਬਸਿਡਰੀ ਅਲਾਇੰਸ ਦੇ ਅੰਡਰ ਹੀ ਸਮਝ ਲਓ ਕੀਤੀਆਂ ਗਈਆਂ ਸੀ, ਨੋਟ ਆਫੀਸ਼ੀਅਲੀ ਸਬਸਿਡਰੀ ਅਲਾਇੰਸ ਬਟ ਸਟਾਰਟਡ ਬਾਈ ਹਿਮ, ਓਕੇ। ਸਬਸੀਕੁਐਂਟਲੀ ਇਹਨੂੰ ਫਿਰ ਰੋਬਰਟ ਕਲਾਈਵ ਨੇ ਕੀ ਕਰ ਦਿੱਤਾ, ਅਡੋਪਟ ਕਰਨਾ ਸਟਾਰਟ ਕੀਤਾ, ਰਾਈਟ। ਜਿੱਦਾਂ ਕਿ ਅਸੀਂ ਪੜ੍ਹਿਆ ਸੀ ਪਲਾਸੀ ਦਾ ਯੁੱਧ, ਹੈ ਨਾ, ਇਹ ਕਦੋਂ ਹੋਇਆ ਸੀਗਾ, ਪਲਾਸੀ ਦਾ ਯੁੱਧ ਅਸੀਂ ਪੜ੍ਹਿਆ ਸੀ 1757 ਦੇ ਵਿੱਚ, ਹੈ ਨਾ। ਔਰ ਇਹਦੀ ਜਿੱਤ ਜਦੋਂ ਹੋਈ ਤਾਂ ਇਹਨੇ ਮੀਰ ਜਾਫਰ ਦੇ ਨਾਲ ਨੈਗੋਸ਼ੀਏਟ ਕੀਤਾ। ਉਸ ਤੋਂ ਬਾਅਦ ਜਦੋਂ 1765 ਦੇ ਵਿੱਚ ਬਕਸਰ ਦੇ ਯੁੱਧ ਤੋਂ ਬਾਅਦ ਅਲਾਹਾਬਾਦ ਦੀ ਟ੍ਰੀਟੀ ਹੋਈ, ਅਗਰ ਤੁਹਾਨੂੰ ਯਾਦ ਹੋਏਗਾ, ਅਗਰ ਤੁਹਾਨੂੰ ਨਹੀਂ ਪਤਾ ਤਾਂ ਪਹਿਲਾਂ ਪਿੱਛੇ ਵਾਲੇ ਲੈਕਚਰ ਦੇਖ ਲੈਣਾ, ਬਿਕਾਜ਼ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਅਸੀਂ ਬਹੁਤ ਹੀ ਡਿਟੇਲ ਦੇ ਵਿੱਚ ਕਵਰ ਕੀਤਾ ਹੋਇਆ, ਓਕੇ। ਹਾਂਜੀ, ਤਾਂ ਜਦੋਂ 1765 ਦੇ ਵਿੱਚ ਟ੍ਰੀਟੀ ਹੋਈ ਸੀ ਬਕਸਰ ਤੋਂ ਬਾਅਦ, ਕਿਹੜੀ ਹੋਈ ਸੀ, ਵੈਰੀ ਗੁੱਡ, ਅਲਾਹਾਬਾਦ ਦੀ ਟ੍ਰੀਟੀ, ਰਾਈਟ। ਤਾਂ ਇੱਥੇ ਹੀ ਸਬਸਿਡਰੀ ਅਲਾਇੰਸ, ਡਾਕਟਰਾਈਨ ਆਫ ਲੈਪਸ, ਦੋਨਾਂ ਦੇ ਕਾਫੀ ਸਾਰੇ ਕੁਐਸਚਨ ਬਣ ਜਾਂਦੇ ਆ। ਕਿਹਨੇ ਸਟਾਰਟ ਕੀਤੀ, ਕਿਹਨੇ ਸਾਈਨ ਕੀਤੀ, ਸਾਈਨ ਕਰਨ ਦਾ ਸੀਕੁਐਂਸ ਤੱਕ ਪੁੱਛ ਲੈਂਦੇ ਨੇ, ਠੀਕ ਹੈ। ਤਾਂ ਇਸ ਲਈ ਤੁਸੀਂ ਯਾਦ ਰੱਖਣਾ ਹੈ ਸਟਾਰਟ ਕੀਤੀ ਗਈ ਸੀ ਡਿਊਪਲੈਕਸ ਵੱਲੋਂ, ਥੋੜਾ ਥੋੜਾ ਅੱਗੇ ਲੈ ਕੇ ਜਾਇਆ ਗਿਆ ਰੋਬਰਟ ਕਲਾਈਵ ਵੱਲੋਂ, ਠੀਕ ਹੈ। ਬਟ ਸਭ ਤੋਂ ਜ਼ਿਆਦਾ ਅਗਰ ਤੁਸੀਂ ਦੇਖੋਗੇ ਤਾਂ ਸਬਸਿਡਰੀ ਅਲਾਇੰਸ ਦੇ ਨਾਲ ਮੇਨਲੀ ਕਿਹਦਾ ਨਾਮ ਜੁੜੇਗਾ, ਲੋਰਡ ਵੈਲੇਸਲੀ ਦਾ ਨਾਮ ਜੁੜੇਗਾ, ਰਾਈਟ। ਇਹ ਕਲਾਈਵ ਦਾ ਹੀ ਸਕਸੈਸਰ ਹੈ, ਓਕੇ। ਔਰ ਇਹਨੇ ਸਭ ਤੋਂ ਜ਼ਿਆਦਾ ਸਬਸਿਡਰੀ ਅਲਾਇੰਸ ਨੂੰ ਡਿਵੈਲਪ ਕੀਤਾ ਸੀ, ਆਲਰਾਈਟ, ਓਕੇ। ਤਾਂ ਹੁਣ ਇੱਥੇ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਸਬਸਿਡਰੀ ਅਲਾਇੰਸ ਹੈ ਕੀ ਸੀ, ਇਸ ਦੀਆਂ ਕਿਹੜੀਆਂ ਕਿਹੜੀਆਂ ਟਰਮਸ ਸੀਗੀਆਂ, ਓਕੇ। ਸਭ ਤੋਂ ਪਹਿਲੀ ਚੀਜ਼, ਜਿਹੜਾ ਵੀ ਇੰਡੀਆ ਦਾ ਰੂਲਰ ਹੋਊਗਾ, ਹੈ ਨਾ, ਉਹ ਆਪਣੀ ਖੁਦ ਦੀ ਆਰਮੀ ਰੱਖ ਹੀ ਨਹੀਂ ਸਕਦਾ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜੇ ਵੀ ਰੂਲਰਸ ਕਿਸੇ ਵੀ ਤਰੀਕੇ ਦੇ ਨਾਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਮੰਨਦੇ ਨੇ, ਠੀਕ ਹੈ, ਉਹਦੇ ਅੰਡਰ ਹੈਗੇ ਆ, ਉੱਥੇ ਕੀ ਕੀਤਾ ਜਾਊਗਾ, ਉੱਥੇ ਬ੍ਰਿਟਿਸ਼ ਟਰੂਪ ਜੋ ਹੈ, ਠੀਕ ਹੈ, ਇਹਨੂੰ ਉੱਥੇ ਸਟੇਸ਼ਨਡ ਕਰ ਦਿੱਤਾ ਜਾਊਗਾ ਪਰਮਾਨੈਂਟਲੀ, ਠੀਕ ਹੈ। ਜਦੋਂ ਕਿ ਟੈਰੀਟਰੀ ਤਾਂ ਇੰਡੀਅਨ ਰੂਲਰ ਦੀ ਹੈ, ਫਿਰ ਵੀ ਉਹਨਾਂ ਦਾ ਹੁਣ ਹੱਕ ਨਹੀਂ ਰਹੂਗਾ, ਇੱਥੇ ਬ੍ਰਿਟਿਸ਼ ਟਰੂਪ ਕੰਮ ਕਰੂਗਾ। ਇਹਦਾ ਮਤਲਬ ਖੁਦ ਦੀ ਆਰਮੀ ਨਹੀਂ ਰੱਖਣੀ, ਆਰਮੀ ਕਿੰਨਾ ਦੀ ਰਹੇਗੀ ਜੀ, ਬ੍ਰਿਟਿਸ਼ ਦੀ, ਓਕੇ। ਚਲੋ ਇੱਥੇ ਤੱਕ ਤਾਂ ਫੇਰ ਵੀ ਠੀਕ ਸੀਗਾ ਕਿ ਚਲੋ ਕਿਸੇ ਤਰੀਕੇ ਨਾਲ ਸਾਨੂੰ ਇੱਕ ਆਰਮੀ ਮਿਲ ਰਹੀ ਹੈ, ਵੈਲ ਡਿਵੈਲਪਡ ਆਰਮੀ ਮਿਲ ਰਹੀ ਹੈ ਜਿਹੜੀ ਕਿ ਸਾਡੇ ਏਰੀਆਜ਼ ਨੂੰ ਬਚਾ ਕੇ ਰੱਖੇਗੀ। ਪਰ ਹੱਦ ਕਿੱਥੇ ਹੋਈ ਹੈ, ਇਸ ਜਗ੍ਹਾ ਤੇ ਟਰੂਪਸ ਦੀ ਮੇਨਟੇਨੈਂਸ ਦੀ ਜਦੋਂ ਗੱਲ ਕਰਦੇ ਹਾਂ, ਇੱਥੇ ਕੀ ਸੀਗਾ, ਜਿਹੜੇ ਵੀ ਰੂਲਰ ਦੇ ਕੋਲ ਇਹ ਬ੍ਰਿਟਿਸ਼ ਟਰੂਪ ਯਾਨੀ ਕਿ ਬ੍ਰਿਟਿਸ਼ ਆਰਮੀ ਬੈਠੀ ਹੋਏਗੀ ਨਾ, ਉਹੀ ਰੂਲਰ ਹੀ ਇਹਨਾਂ ਦੀ ਮੇਨਟੇਨੈਂਸ ਦੇ ਲਈ ਪੇ ਕਰੂਗਾ, ਠੀਕ ਹੈ। ਪੈਸਾ ਉਹਨਾਂ ਦਾ ਲੱਗੂਗਾ ਐਂਡ ਜਿਹੜਾ ਵੀ ਪੇ ਕੀਤਾ ਜਾਊਗਾ, ਇਹ ਕਹਿ ਰਹੇ ਸੀ ਚਾਹੇ ਤੁਸੀਂ ਕੈਸ਼ ਨਾਲ ਪੇ ਕਰ ਦਿਓ, ਠੀਕ ਹੈ, ਜਾਂ ਫਿਰ ਅਗਰ ਤੁਸੀਂ ਚਾਹੋ ਤਾਂ ਆਪਣਾ ਬਈ ਕੋਈ ਸਾਨੂੰ ਏਰੀਆ ਦੇ ਦਿਓ। ਅਗਰ ਤੁਸੀਂ ਕੈਸ਼ ਪੇ ਨਹੀਂ ਕਰ ਸਕਦੇ ਤਾਂ ਤੁਹਾਡੇ ਏਰੀਆ ਨੂੰ ਅਸੀਂ ਸੀਡ ਕਰ ਲਾਂਗੇ, ਉਸ ਦੇ ਉੱਪਰ ਕਬਜ਼ਾ ਕਰ ਲਾਂਗੇ, ਠੀਕ ਹੈ। ਇਸ ਤੋਂ ਬਿਨਾ ਟਰੂਪ ਤਾਂ ਬੈਠਾ ਹੀ ਬੈਠਾ, ਬਟ ਇਸ ਦੇ ਨਾਲ ਨਾਲ ਜਿਹੜਾ ਬ੍ਰਿਟਿਸ਼ ਰੈਜ਼ੀਡੈਂਟ ਹੈ ਇਸ ਨੂੰ ਵੀ ਬਿਠਾ ਦਿੱਤਾ, ਠੀਕ ਹੈ। ਯਾਨੀ ਕਿ ਜਿਹੜੇ ਸਾਡੇ ਇੰਡੀਆ ਦੇ ਰੂਲਰ ਸੀ ਨਾ, ਉਹਨਾਂ ਦੇ ਰਾਜ ਦੇ ਦਰਬਾਰ ਦੇ ਵਿੱਚ ਇੱਕ ਬ੍ਰਿਟਿਸ਼ ਬੰਦੇ ਨੂੰ ਬਿਠਾ ਦਿੱਤਾ ਜਾਏਗਾ ਔਰ ਇਹ ਹਮੇਸ਼ਾ ਨਜ਼ਰ ਰੱਖਦਾ ਸੀਗਾ ਕਿ ਜੋ ਇੰਡੀਆ ਹੈ ਇਹਦੇ ਰੂਲਰ ਕੋਈ ਆਰਮੀ ਐਕਟੀਵਿਟੀ ਤਾਂ ਨਹੀਂ ਕਰ ਰਹੇ, ਕੋਈ ਐਦਾਂ ਦੀ ਚੀਜ਼ ਤਾਂ ਨਹੀਂ ਕਰ ਰਹੇ ਜੋ ਕਿ ਬ੍ਰਿਟਿਸ਼ ਦੇ ਅਗੇਂਸਟ ਜਾਂਦੀ ਹੋਵੇ, ਰਾਈਟ। ਅਗਰ ਐਦਾਂ ਦਾ ਕੁਝ ਹੁੰਦਾ ਸੀਗਾ ਤੇ ਉਹਨਾਂ ਦੇ ਏਰੀਆ ਨੂੰ ਇਹ ਫਿਰ ਸੀਡ ਕਰ ਲੈਂਦੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਮਝ ਗਏ। ਇਸ ਤੋਂ ਬਿਨਾ ਇਹਨਾਂ ਨੇ ਕੀ ਬੋਲਿਆ, ਇਹਨਾਂ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਨੌਨ ਬ੍ਰਿਟਿਸ਼ ਯੂਰੋਪੀਅਨ ਨੂੰ ਇੰਪਲੋਏ ਨਹੀਂ ਕਰੂਗਾ ਰੂਲਰ, ਠੀਕ ਹੈ। ਯਾਨੀ ਕਿ ਸਿਰਫ ਯੂਰੋਪੀਅਨ ਜਿਹੜੇ ਹੈ ਉਹਨਾਂ ਨੂੰ ਤਾਂ ਤੁਸੀਂ ਨੌਕਰੀ ਦੇ ਸਕਦੇ ਹੋ, ਅਦਰਵਾਈਜ਼ ਤੁਸੀਂ ਪਹਿਲਾਂ ਪਰਮਿਸ਼ਨ ਲਓਗੇ ਬ੍ਰਿਟਿਸ਼ ਦੀ
कि की असी इस जगह दे परसन नू इंप्लॉय कर लीए। अगर वो यस करते हैं तो ठीक है, अगर नहीं करते तो उन्होंने फिर परमिशन नहीं मिलेगी। ठीक है ना, ये याद रखना कि अपनी सर्विस दे विच नहीं लैके आ सकते। ऑलराइट। हाँ, एक चीज़ इन्होंने होर बोली, इन्होंने कहा कि ज्वाइन करन दी गल नहीं है, अगर तुसी किसी नू अपनी सर्विस तो हटाना भी चाहते हो, डिसमिस करना चाहते हो, तां भी तुहानू ब्रिटिश दी परमिशन लैनी ही पऊगी। समझ रहे हो? एक तरह देखा जाए तो सबसिडरी अलायंस साडे रूलर्स नू पपेट बना रहा है, राइट। जिस तरह ब्रिटिश चाहते सी उस तरीके दे नाल रूल चलेगा। ओके, इत्थे साडे राजियां दी महाराजियां दी कुछ नहीं चलनी। ओके, आफ्टर दैट डोमीनियन ऑफ द ब्रिटिश, यानी कि जेड़ा रूलर है ओनू ब्रिटिश दा डोमीनियन एक्सैप्ट करना पऊगा ही। ठीक है, ओनू उनदे अंडर आना ही पऊगा। ठीक है, तो ये सारा कुछ सीगा जेड़ा कि सबसिडरी अलायंस दे विच चल रहा है। हुण तुसीं सोचो कि जदों सबसिडरी अलायंस वर्गी चीज़ आएगी तो जेड़े इंडियन रूलर हैगे है ऑब्वियसली वो अपनी इंडिपेंडेंस गवा देंगे, ऑब्वियसली गवा देंगे। ब्रिटिश के पपेट बननगे, बिल्कुल मैम बननगे। इंडियन स्टेट्स धीरे धीरे गरीब होणगियां, बिल्कुल गरीब होणगियां। हुण गरीबी दे नाल इहदा की कनैक्शन है तुसीं खुद समझो। इन्हां ने बोलिया कि ब्रिटिश ट्रूप तुहाडे कोल आणगे, सबसिडीज़ दी जिहड़ियां पेमेंट है वो कौन देगा जी? वो तो इंडियन रूलर ही देंगे ना। ठीक है, पेमेंट देगा इंडियन रूलर, पर कम कर रहे हैं ब्रिटिश, है ना। तो ये सारे रिसोर्सिस धीरे धीरे करके ब्रिटिश को जाने स्टार्ट हो गए। इस करके उन्होंने ते गरीबी भी आनी स्टार्ट होगी। मान लो कोई एडमिनिस्ट्रेशन है वो कोलैप्स हो जाता है, तब ब्रिटिश की करेगी? ब्रिटिश स्टेट्स एदे उपर कब्जा कर लेंदे सी, जिस तरह की अवध की गल असीं कीती सी, राइट। तो हुण तुसीं समझ पा रहे हो कि जिहड़े साडे इंडियन रूलर है बेचारे बिल्कुल ही जीरो हुंदे जा रहे हैं। इस दे नाल नाल हुण तुसीं समझो आर्मी का खर्चा कौन कर रहा है जी? असीं कर रहे हैं। ब्रिटिश रेजिडेंट कौन है? असीं तो मेरा मतलब उस टाइम दे इंडियन रूलर होणगे। ठीक है, ये याद रखना। ऑलराइट, ओके। इस दे नाल नाल चलो ब्रिटिश आर्मी का खर्चा तो असीं कर ही रहे हैं, नाल जिहड़ा ब्रिटिश रेजिडेंट आके बैठा होया है उसका खर्चा कौन कर रहा है? उसका खर्चा भी असीं कर रहे हैं। और ओहदियां डिमांड्स दे करके सानू बहुत ज़्यादा फाइनैशियल लॉस हो रहा है ना। इस दे नाल नाल हुण जनता दे उपर भी इहदा उल्टा असर हो रहा है। मैम वो किदां? देखो, जदों ब्रिटिश पैट्रोनेज आया, राइट, तो इंडियन रूलर जिहड़े हैगे आ उन्हां नूं पता है बई ना तो साडे हत्थ विच पैसा है, ना साडे हत्थ विच पावर है, सारा कुछ तो ब्रिटिश लैके गए हुए हैं। तो इसलिए उन्होंने सोचा कि चलो जी लोगों की वैलफेयर का काम भी फिर ब्रिटिश नूं ही करन दो। पैसा नहीं असीं वैलफेयर कित्थों करिए? तो उन्होंने लोगों के वैलफेयर वाल ध्यान देना बंद कर दिता, जिसके करके जनता नूं भी सफ़र करना पिया। समझ पा रहे हो? तो इस तरह ये जिहड़ी पॉलिसी है साडे उपर बहुत ही ज़्यादा उल्टा असर पा रही सी, है ना। हुण असीं देखना है कि जिहड़ी सबसिडरी अलायंस है इनू अडॉप्ट किहड़े वे दे विच कीता गया, राइट। तो सब तो पहली चीज़ जिहड़ा क्वेश्चन हज़ारां वार पूछा जा चुकिया है, किहड़े वाला कि पहला निज़ाम कौन है जिसने सबसिडरी अलायंस नू अडॉप्ट किया है? ठीक है, वैसे तो असीं देखिया सी कि बक्सर दी बैटल तो बाद इलाहाबाद दी ट्रीटी हुई, राइट। और उस तो बाद अवध ने भी की कीता सीगा, ऐसे तरह दे अलायंस नू साइन कीता सी, है ना। पर बाद दे विच की होया वै एदे उपर लगे जी माल एडमिनिस्ट्रेशन दे दोष। ये असीं कीता होया पहला, है ना, कि अवध दे बंदियां नूं तां जी राज नहीं चलाना आंदा, इस वास्ते ब्रिटिश नूं की चाहिदा है एंड दी मैनेजमेंट नूं संभाल ले। ऐदां दियां रिपोर्टां दित्तियां गईयां ब्रिटिश दी गवर्नमेंट नूं, राइट। ऐसे करके ही उस अवध नूं माल एडमिनिस्ट्रेशन करके उन्होंने दिखाया कि असीं अपने कब्जे दे विच लिया। इसे करके असीं उहनूं सबसिडरी अलायंस साइन करन वाला पहला नहीं मान सकते। ठीक है, तो जे साडे कोल पूछा जाएगा कि सबसिडरी अलायंस नूं सब तो पहला किसने साइन किया, तो हैदराबाद के निज़ाम ने सब तो पहला अडॉप्ट किया सीगा। ओके, ऑलराइट। हुण देखो हैदराबाद ने कदों इस अलायंस नूं एक्सैप्ट किया है? 1798 दे विच। ते फिर की होया? वैल फ्रेम्ड सबसिडरी अलायंस नूं एक्सैप्ट करन वाला पहला रीजन किस नूं मन्निया जाएगा? ये मन्निया जाऊगा हैदराबाद नूं। ओके, ठीक है। इस तो बाद गल करते हैं मैसूर दी। मैसूर ने इसनूं एक्सैप्ट किया सीगा हैदराबाद तो 1 साल बाद, मीन 1799 दे विच। उस टाइम ते इत्थे किहड़ी डायनेस्टी है जो कि वर्क कर रही है? तो ये हैगी है वायडियार डायनेस्टी। ठीक है, और वायडियार डायनेस्टी बारे भी असीं काफ़ी ज़्यादा डिटेल की सी। टीपू की डैथ हो गई सी ते जिहड़ी वायडियार डायनेस्टी है इनू ब्रिटिश ने बिठा दिता सीगा मैसूर दे विच। ठीक है,
ਤਾਂ ਇਹ ਵੀ ਪਪੇਟ ਬਣੇ ਔਰ ਇਹਨਾਂ ਨੇ ਵੀ ਸਬਸਿਡਰੀ ਅਲਾਇੰਸ ਨੂੰ ਐਕਸੈਪਟ ਕਰ ਲਿਆ। ਆਲਰਾਈਟ, ਆਫਟਰ ਦੈਟ ਇਹ ਵਾਲਾ ਕੁਐਸਚਨ ਵੀ ਕਾਫੀ ਵਾਰ ਪੁੱਛਿਆ ਗਿਆ। 1801 ਦੇ ਵਿੱਚ ਅਵਧ ਨੇ ਹੁਣ ਐਕਸੈਪਟ ਕਰ ਲਿਆ, ਤਾਂ ਹੀ ਤਾਂ ਅਸੀਂ ਇਹਨੂੰ ਪਹਿਲਾਂ ਨਹੀਂ ਮੰਨਿਆ। ਸਮਝ ਰਹੇ ਹੋ ਨਾ ਹੁਣ? ਤਾਂ ਜਿਹੜਾ ਅਵਧ ਹੈ ਇਹਨੇ 1801 ਦੇ ਵਿੱਚ ਜਿਹੜੀ ਸਬਸਿਡਰੀ ਅਲਾਇੰਸ ਹੈ ਇਸ ਨੂੰ ਸਾਈਨ ਕੀਤਾ। ਉਸ ਟਾਈਮ ਤੇ ਕੌਣ ਹੁੰਦਾ ਸੀ ਜੀ ਅਵਧ ਦਾ ਨਵਾਬ? ਸਾਦਤ ਅਲੀ ਖਾਨ। ਓਕੇ, ਦੈਨ ਇਸ ਬਾਰੇ ਵੀ ਅਸੀਂ ਪਹਿਲਾਂ ਕਰ ਚੁੱਕੇ ਹਾਂ ਆਲਰੇਡੀ। ਓਕੇ, ਦੈਨ ਮਰਾਠਾ ਪੇਸ਼ਵਾ ਇਹਨਾਂ ਨੇ 1802 ਦੇ ਵਿੱਚ ਐਕਸੈਪਟ ਕੀਤਾ। ਪੇਸ਼ਵਾ ਕੌਣ ਸੀ ਉਸ ਟਾਈਮ? ਬਾਜੀ ਰਾਓ 2। ਆਲਰਾਈਟ, ਦੈਨ ਭੋਸਲੇ ਨੇ 1803 ਦੇ ਵਿੱਚ, ਸਿੰਧੀਆਜ਼ ਨੇ 1804 ਦੇ ਵਿੱਚ, ਹੋਲਕਰਸ ਨੇ 1818 ਦੇ ਵਿੱਚ। ਠੀਕ ਹੈ, ਇੰਦੌਰ ਦੀ ਜਿਹੜੀ ਹੋਲਕਰ ਸਟੇਟ ਹੈ ਇਹ ਸਾਡੇ ਲਈ ਤਾਂ ਇੰਪੋਰਟੈਂਟ ਹੈ ਕਿਉਂਕਿ ਲਾਸਟ ਮਰਾਠਾ ਕਨਫੈਡਰੇਸ਼ਨ ਰਹੂਗੀ ਜਿਸ ਨੇ ਕੀ ਸਬਸਿਡਰੀ ਅਲਾਇੰਸ ਨੂੰ ਐਕਸੈਪਟ ਕੀਤਾ ਸੀ। ਠੀਕ ਹੈ, ਦਿਸ ਵਿਲ ਆਲਸੋ ਬੀ ਇੰਪੋਰਟੈਂਟ ਫॉर ਯੂ। ਓਕੇ, ਠੀਕ ਹੈ, ਹੁਣ ਇਸ ਤੋਂ ਬਾਅਦ ਜੋ ਸਾਡਾ ਅਗਲਾ ਆ ਜਾਂਦਾ ਹੈ, ਸਬਸਿਡਰੀ ਅਲਾਇੰਸ ਤਾਂ ਅਸੀਂ ਕਰ ਲਿਆ, ਹੁਣ ਇਸ ਤੋਂ ਬਾਅਦ ਆਏਗਾ ਡਾਕਟਰਾਈਨ ਆਫ ਲੈਪਸ। ਦਿਸ ਇਜ਼ ਆਲਸੋ ਐਨ ਅਨਦਰ ਇੰਪੋਰਟੈਂਟ ਥਿੰਗ ਟੂ ਰਿਮੈਂਬਰ ਫॉर ਯੂ, ਰਾਈਟ? ਤਾਂ ਦੇਖੋ ਇੱਥੇ ਜੋ ਲੈਪਸ ਦੀ ਨੀਤੀ ਹੈ ਨਾ, ਇੱਕ ਤਰ੍ਹਾਂ ਇਹ ਵੀ ਕਬਜ਼ਾਨ ਦੀ ਨੀਤੀ ਹੈ, ਅਨੈਕਸੇਸ਼ਨ ਦੀ। ਹਰ ਇੱਕ ਏਰੀਆ ਦੇ ਉੱਪਰ ਬ੍ਰਿਟਿਸ਼ ਕਬਜ਼ਾ ਕਰਨਾ ਚਾਹਣਗੇ ਔਰ ਲੈਪਸ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ। ਠੀਕ ਹੈ, ਅਗਰ ਤੁਸੀਂ ਦੇਖੋਗੇ ਵਾਈਡਲੀ ਕਿਸਨੇ ਫੋਲੋ ਕੀਤਾ? ਲਾਰਡ ਡਲਹੌਜ਼ੀ ਨੇ। ਆਲਰਾਈਟ, ਜਿਹੜਾ ਲਾਰਡ ਡਲਹੌਜ਼ੀ ਹੈ ਇਹ ਇੰਡੀਆ ਦੇ ਵਿੱਚ ਕਦੋਂ ਤੱਕ ਗਵਰਨਰ ਰਿਹਾ? ਤਾਂ 1848 ਤੋਂ ਇਸ ਦਾ ਟਾਈਮ ਸਟਾਰਟ ਹੋ ਜਾਂਦਾ ਆ, ਰਾਈਟ, ਐਂਡ 56 ਤੱਕ ਇਸ ਦਾ ਟਾਈਮ ਚੱਲਦਾ ਆ। ਓਕੇ, ਔਰ ਇਹਨੇ ਕੀ ਕੀਤਾ ਸੀ? ਇਹੀ ਉਹ ਬੰਦਾ ਹੈ ਜਿਸ ਦੇ ਕੋਲ ਇੰਨੀ ਭੁੱਖ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਬ੍ਰਿਟਿਸ਼ ਐਮਪਾਇਰ ਨੂੰ ਜ਼ਿਆਦਾ ਤੋਂ ਜ਼ਿਆਦਾ ਮੈਂ ਐਸਟੈਬਲਿਸ਼ ਕਰਨਾ ਹੈ, ਵਿਸਤਾਰ ਕਰਨਾ ਹੈ, ਐਕਸਪੈਂਡ ਕਰਨਾ ਹੈ, ਰਾਈਟ? ਈਵਨ ਲਾਰਡ ਡਲਹੌਜ਼ੀ ਤੋਂ ਪਹਿਲਾਂ ਵੀ ਡਾਕਟਰਾਈਨ ਆਫ ਲੈਪਸ ਦੇ ਅੰਡਰ ਬ੍ਰਿਟਿਸ਼ ਨੇ ਕਈ ਇੰਡੀਆ ਦੇ ਰੀਜਨ ਨੂੰ ਆਪਣੇ ਅੰਡਰ ਲਿਆ ਸੀ, ਬਟ ਫਿਰ ਵੀ ਇਹ ਯਾਦ ਰੱਖਣਾ ਹੈ ਕਿ ਐਕਸਟੈਂਸਿਵਲੀ ਜ਼ਿਆਦਾ ਇਹਨੂੰ ਕਿਸਨੇ ਫੈਲਾਇਆ? ਤਾਂ ਲਾਰਡ ਡਲਹੌਜ਼ੀ ਦਾ ਹੀ ਨਾਮ ਆਊਗਾ। ਠੀਕ ਹੈ, ਹੁਣ ਐਸ ਪੋਲਿਸੀ ਦੇ ਅੰਦਰ ਕੀ ਹੁੰਦਾ ਸੀਗਾ? ਦੇਖੋ, ਮੰਨ ਲਓ ਕੋਈ ਵੀ ਪ੍ਰਿੰਸਲੀ ਸਟੇਟ ਹੈ, ਰਾਈਟ, ਉਹ ਕਿਸੇ ਵੀ ਤਰੀਕੇ ਦੇ ਨਾਲ, ਮਤਲਬ ਕਿ ਡਾਇਰੈਕਟ ਤਰੀਕੇ ਦੇ ਨਾਲ ਜਾਂ ਫਿਰ ਇਨਡਾਇਰੈਕਟ ਤਰੀਕੇ ਦੇ ਨਾਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅੰਡਰ ਹੈਗੀ ਹੈ। ਠੀਕ ਹੈ, ਅਗਰ ਉਹਦਾ ਜਿਹੜਾ ਰਾਜਾ ਹੈ, ਉਹਦਾ ਜਿਹੜਾ ਰੂਲਰ ਹੈ, ਮੰਨ ਲਓ ਉਹਦਾ ਆਪਦਾ ਕੋਈ ਬੱਚਾ ਨਹੀਂ ਹੁੰਦਾ, ਠੀਕ ਹੈ, ਉਹਦੇ ਕੋਲ ਕੋਈ ਸੰਤਾਨ ਨਹੀਂ ਹੈ, ਤੇ ਉਹਦੀ ਸਾਰੀ ਦੀ ਸਾਰੀ ਪ੍ਰੋਪਰਟੀ ਜੋ ਹੈ ਇਹ ਫਿਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕੀ ਕਰ ਲੇਗੀ? ਹਥਿਆ ਲੇਗੀ। ਠੀਕ ਹੈ, ਅਗਰ ਮੰਨ ਲਓ ਮੈਮ ਉਹਨੇ ਕਿਸੇ ਬੱਚੇ ਨੂੰ ਅਡਾਪਟ ਕਰ ਲਿਆ ਤਾਂ ਚਾਹੇ ਉਹਨੇ ਸਨ ਅਡਾਪਟ ਕੀਤਾ ਹੋਵੇ ਫਿਰ ਵੀ ਉਹਨੂੰ ਉਹਦੇ ਕਿੰਗਡਮ ਦਾ ਰੂਲਰ ਨਹੀਂ ਮੰਨਿਆ ਜਾਂਦਾ ਸੀ। ਠੀਕ ਹੈ, ਤੇ ਇਹ ਲੈਪਸ ਦੀ ਨੀਤੀ ਜਿਹੜੀ ਹੈਗੀ ਹੈ, ਤੁਸੀਂ ਕਹਿ ਸਕਦੇ ਹੋ ਕਿ ਜਦੋਂ ਅੱਗੇ ਜਾ ਕੇ 1857 ਦੀ ਲੜਾਈ ਹੋਈ ਸੀ, ਠੀਕ ਹੈ, ਤਾਂ 1857 ਦੀ ਫਸਟ ਵਾਰ ਆਫ ਇੰਡੀਪੈਂਡੈਂਸ ਦੇ ਵਿੱਚ ਇਨੀਸ਼ੀਅਲ ਰੀਜ਼ਨਸ ਦੇ ਵਿੱਚੋਂ ਤੁਸੀਂ ਇਹਨੂੰ ਵੀ ਲੈ ਸਕਦੇ ਹੋ, ਲੈਪਸ ਦੀ ਨੀਤੀ ਨੂੰ। ਠੀਕ ਹੈ, ਹੁਣ ਅਸੀਂ ਇੱਥੇ ਦੇਖਣਾ ਹੈ ਕਿ ਜਿਹੜੀ ਲੈਪਸ ਦੀ ਨੀਤੀ ਹੈ ਇਸ ਦੇ ਅੰਡਰ ਕਿੱਦਾਂ ਅਨੈਕਸ ਕੀਤਾ ਗਿਆ ਸੀਗਾ ਅਲੱਗ-ਅਲੱਗ ਥਾਵਾਂ ਨੂੰ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਜਗ੍ਹਾ ਕਿਹੜੀ ਹੋਏਗੀ? ਤਾਂ ਯਾਦ ਰੱਖਣਾ ਸਤਾਰਾ ਵਿਲ ਬੀ ਦ ਪਲੇਸ ਜਿਸਨੇ ਕਿ ਸਭ ਤੋਂ ਪਹਿਲਾਂ ਲੈਪਸ ਦੀ ਨੀਤੀ ਨੂੰ ਜੋ ਹੈ ਮਤਲਬ ਅਪਣਾਇਆ ਸੀ ਔਰ ਸਤਾਰਾ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀਗਾ। ਠੀਕ ਹੈ, ਆਫਟਰ ਦੈਟ ਜੈਤਪੁਰ 1849, ਸੰਬਲਪੁਰ 1849, ਬਾਗਤ 1850, ਉਦयपुर 1852, झांसी 1853, ये भी इंपॉर्टेंट है। ठीक है, झांसी याद रखना। देन नागपुर 1854। ओके, देखो ये सारे के सारे राज जिहड़े हैगे ने धीरे धीरे करके लैप्स के अंडर जो है ब्रिटिश के कोल चले गए, है ना। ਈਵਨ ਤੁਸੀਂ ਇਹ ਸਮਝੋ 1824 ਦੇ ਵਿੱਚ ਵੀ ਅਗਰ ਤੁਸੀਂ ਦੇਖੋਗੇ ਡਲਹੌਜ਼ੀ ਦਾ ਟਾਈਮ ਸੀ, ਇਹਦੇ ਤੋਂ ਪਹਿਲਾਂ ਡਲਹੌਜ਼ੀ ਦੇ ਟਾਈਮ ਤੋਂ ਪਹਿਲਾਂ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕੁਛ ਇੱਕ ਥਾਵਾਂ ਜਿਨ੍ਹਾਂ ਨੂੰ ਅਨੈਕਸ ਕੀਤਾ, ਜਿਸ ਤਰ੍ਹਾਂ ਨੀਚੇ ਲਿਖਿਆ ਹੋਇਆ ਕਿਚੂਰ ਅਨੈਕਸੇਸ਼ਨ, ਰਾਈਟ। ਇਹ ਉਹ ਸਟੇਟ ਹੈ ਜਿਸ ਨੂੰ ਐਕਵਾਇਰ ਕੀਤਾ ਹੋਇਆ ਸੀਗਾ। ਹੋਇਆ ਕੀ ਸੀ, ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਵੀ ਲੈਪਸ ਦੀ ਨੀਤੀ ਹੈ। ਕਿੱਦਾਂ? ਤੁਸੀਂ ਨਾਮ ਸੁਣਿਆ ਜੀ ਨਾਨਾ ਸਾਹਿਬ ਦਾ, ਰਾਈਟ। ਨਾਨਾ ਸਾਹਿਬ ਕੌਣ ਸੀਗੇ? ਪੇਸ਼ਵਾ ਸੀ, ਹੈ ਨਾ। ਔਰ ਮਰਾਠਾ ਜਿਹੜੇ ਪੇਸ਼ਵਾ ਬਾਜੀ ਰਾਓ 2 ਹੈ, ਇਹਨਾਂ ਦੇ ਅਡੋਪਟਡ ਸਨ ਸੀਗੇ ਨਾਨਾ ਸਾਹਿਬ, ਰਾਈਟ। ਯਾਨੀ ਕਿ ਪੇਸ਼ਵਾ ਬਾਜੀ ਰਾਓ 2 ਦਾ ਆਪਦਾ ਕੋਈ ਬੱਚਾ ਨਹੀਂ ਸੀਗਾ, ਉਹਨਾਂ ਨੇ ਨਾਨਾ ਸਾਹਿਬ ਨੂੰ ਗੋਦ ਲੈ ਲਿਆ, ਠੀਕ ਹੈ ਨਾ। ਹੁਣ ਕੰਪਨੀ ਨੇ ਕੀ ਕਿਹਾ? ਨਾ ਜੀ ਨਾ, ਇਹ ਗਲਤ ਹੈ। ਜਿੱਦਾਂ ਹੀ ਇਹਨਾਂ ਦੇ ਫਾਦਰ ਦੀ ਯਾਨੀ ਕਿ ਬਾਜੀ ਰਾਓ 2 ਦੀ ਹੋ ਗਈ ਡੈਥ, ਤਾਂ ਜਿਹੜੀ ਉਹਨਾਂ ਨੂੰ ਪੈਨਸ਼ਨ ਮਿਲਦੀ ਹੁੰਦੀ ਸੀ ਨਾ ਬਾਜੀ ਰਾਓ 2 ਨੂੰ,
ਇਹਨਾਂ ਨੇ ਬੋਲਿਆ ਕਿ ਨਾਨਾ ਸਾਹਿਬ ਤਾਂ ਇਹਦੇ ਆਪਦੇ ਬੱਚੇ ਹੈ ਨਹੀਂਗੇ, ਇਹ ਤਾਂ ਅਡੋਪਟਡ ਹੈ, ਇਸ ਲਈ ਇਹਨੂੰ ਹੁਣ ਅਸੀਂ ਪੈਨਸ਼ਨ ਨਹੀਂ ਦੇਣੀ, ਠੀਕ ਹੈ, ਇਹਨੂੰ ਇਨਕਾਰ ਕਰਤਾ। ਤਾਂ ਹੀ ਤੁਸੀਂ ਦੇਖਿਆ ਹੋਏਗਾ ਕਿ ਅੱਗੇ ਜਾ ਕੇ ਜਦੋਂ 1857 ਦਾ ਰਿਵੋਲਟ ਆਏਗਾ ਉਦੋਂ ਨਾਨਾ ਸਾਹਿਬ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਸੀ, ਰਾਈਟ। ਨਾ ਹੀ ਉਹਨਾਂ ਨੂੰ ਟਾਈਟਲ ਵੀ ਮਿਲਿਆ ਈਵਨ, ਠੀਕ ਹੈ। ਬ੍ਰਿਟਿਸ਼ ਨੇ ਇਹਨਾਂ ਨੂੰ ਬੋਲਿਆ ਕਿ ਤੁਹਾਨੂੰ ਤੁਹਾਡੇ ਫਾਦਰ ਦਾ ਟਾਈਟਲ ਵੀ ਨਹੀਂ ਮਿਲੇਗਾ ਤੇ ਨਾ ਹੀ ਤੁਹਾਨੂੰ ਉਹਨਾਂ ਦੀ ਪੈਨਸ਼ਨ ਮਿਲੇਗੀ, ਓਕੇ। ਤੇ ਹੁਣ ਤੁਸੀਂ ਅਵਧ ਦੀ ਗੱਲ ਕਰ ਲਓ। ਅਵਧ ਦੀ ਅਨੈਕਸੇਸ਼ਨ ਦੇ ਵੇਲੇ ਵੀ ਡਾਕਟਰਾਈਨ ਆਫ ਲੈਪਸ ਦੀਆਂ ਟਰਮਸ ਦੇ ਬੇਸ ਦੇ ਉੱਪਰ ਹੀ ਅਨੈਕਸ ਕੀਤਾ ਗਿਆ ਸੀ, ਠੀਕ ਹੈ। ਅਵਧ ਕਦੋਂ ਅਨੈਕਸ ਹੋਇਆ ਸੀ? 7 ਫਰਵਰੀ 1856 ਨੂੰ, ਰਾਈਟ, ਓਕੇ। ਦੈਨ ਹੁਣ ਅਸੀਂ ਦੇਖਦੇ ਹਾਂ ਕਿ ਡਾਕਟਰਾਈਨ ਆਫ ਲੈਪਸ ਦੇ ਕਰਕੇ ਕਈ ਇੰਡੀਅਨ ਰੂਲਰ ਨੇ ਆਪਣੀ ਸੋਵਰਨਟੀ ਗਵਾ ਦਿੱਤੀ ਹੈ ਨਾ, ਬ੍ਰਿਟਿਸ਼ ਟੈਰੀਟਰੀ ਦੇ ਵਿਚਾਰੇ ਅੰਡਰ ਆ ਗਏ ਨੇ। ਇਹਦੇ ਨਾਲ ਇੰਡੀਆ ਦੇ ਜਿਹੜੇ ਪ੍ਰਿੰਸ ਸੀ ਉਹਨਾਂ ਵਿੱਚ ਬੜਾ ਅਨਰੈਸਟ ਦਾ ਮਾਹੌਲ ਹੈ, ਖਾਸ ਕਰਕੇ ਕਿਹੜੇ? ਜਿਨ੍ਹਾਂ ਨੂੰ ਅਡਾਪਟ ਕੀਤਾ ਗਿਆ ਸੀ, ਰਾਈਟ। ਕਈ ਲੋਕ ਲੈਪਸ ਦਾ ਇਲੀਗਲ ਨੇਚਰ ਤੋਂ ਇੰਨੇ ਕੁ ਜ਼ਿਆਦਾ ਤੰਗ ਆ ਗਏ ਸੀ ਕਿ ਉਹ 1857 ਦੇ ਵਿਦਰੋਹ ਦੇ ਵਿੱਚ ਹਿੱਸਾ ਬਣੇ, ਓਕੇ। ਤੇ ਇਹਨਾਂ ਦੇ ਵਿੱਚ ਕੌਣ ਮੇਨ ਹੈ? ਨਾਨਾ ਸਾਹਿਬ, ਰਾਣੀ ਆਫ ਝਾਂਸੀ। ਦੇਖੋ ਇਹਨਾਂ ਨੂੰ ਵੀ ਤਾਂ ਐਸੇ ਤਰੀਕੇ ਦੇ ਨਾਲ ਹੀ ਗ੍ਰਜ ਕੀਤਾ ਗਿਆ ਸੀ ਨਾ, ਜਿੱਦਾਂ ਹੀ ਨਾਨਾ ਸਾਹਿਬ ਦੇ ਫਾਦਰ ਦੀ ਡੈਥ ਹੋਈ ਉਹਨਾਂ ਦੀ ਪੈਨਸ਼ਨ ਬੰਦ ਹੋਈ, ਬਿਲਕੁਲ ਸਹੀ ਹੈ। ਐਸੇ ਤਰ੍ਹਾਂ ਹੀ ਜਿਹੜੀ ਰਾਣੀ ਲక్ష్ਮੀ ਬਾਈ ਹੈ ਨਾ, ਇਹਦਾ ਵੀ ਕੋਈ ਬੇਟਾ ਨਹੀਂ ਸੀਗਾ, ਠੀਕ ਹੈ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਸਨ ਨੂੰ ਅਡਾਪਟ ਕਰ ਲਿਆ, ਰਾਈਟ। ਹੁਣ ਜਦੋਂ ਅਡਾਪਟ ਕੀਤਾ ਤਾਂ ਬ੍ਰਿਟਿਸ਼ ਮੰਨਣਗੇ? ਬਿਲਕੁਲ ਵੀ ਨਹੀਂ ਮੰਨਣਗੇ। ਉਹਨਾਂ ਨੇ ਕਿਹਾ ਕਿ ਇਹ ਤੁਹਾਡਾ ਲੀਗਲ ਹਾਇਰ ਨਹੀਂ ਹੋ ਸਕਦਾ, ਇਹਨੂੰ ਇਨਕਾਰ ਕਰਤਾ। ਇਸੇ ਕਰਕੇ ਝਾਂਸੀ ਦੀ ਰਾਣੀ ਨੇ ਵੀ 1857 ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ। ਤੁਸੀਂ ਸਮਝ ਪਾ ਰਹੇ ਹੋਗੇ ਹਿਸਟਰੀ ਦੇ ਵਿੱਚ ਜਦੋਂ ਵੀ ਅਸੀਂ ਕੋਈ ਇਵੈਂਟ ਦੇਖਦੇ ਹਾਂ ਉਸੇ ਦੇ ਬੇਸ ਦੇ ਉੱਪਰ ਹੀ ਕੋਈ ਨਾ ਕੋਈ ਇਵੈਂਟ ਅੱਗੇ ਜਾ ਕੇ ਹੁੰਦਾ ਆ, ਰਾਈਟ। ਐਂਡ 1856 ਦੇ ਵਿੱਚ ਡਲਹੌਜ਼ੀ ਬ੍ਰਿਟੇਨ ਵਾਪਸ ਚਲਾ ਗਿਆ, ਠੀਕ ਹੈ। ਜਿੱਦਾਂ ਹੀ 1856 ਦੇ ਵਿੱਚ ਇਹ ਵਾਪਸ ਗਿਆ ਤਾਂ 1857 ਦੇ ਵਿੱਚ ਜਾ ਕੇ ਰਿਵੋਲਟ ਹੋ ਗਿਆ ਸੀਗਾ, ਓਕੇ, ਠੀਕ ਹੈ। ਤਾਂ ਇਹ ਹੈ ਸਾਡੀ ਕਿਹੜੇ ਵਾਲੀ ਪਾਲਿਸੀ? ਦਿਸ ਵਾਜ਼ ਆਵਰ ਪਾਲਿਸੀ ਆਫ ਲੈਪਸ, ਹੈ ਨਾ, ਡਾਕਟਰਾਈਨ ਆਫ ਲੈਪਸ। ਇਸ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਟੌਪਿਕ ਹੈ ਜਿਸ ਦੇ ਬਾਰੇ ਗੱਲ ਕਰ ਲੈਂਦੇ ਹਾਂ, ਇਹ ਹੈ ਅੰਗਰੇਜ਼ਾਂ ਦੀ ਰਿੰਗ ਫੈਂਸ ਪਾਲਿਸੀ, ਰਾਈਟ। ਇਹਨੂੰ ਕਿਸ ਨੇ ਸਟਾਰਟ ਕੀਤਾ? ਤਾਂ ਰਿੰਗ ਫੈਂਸ ਪਾਲਿਸੀ ਜੋ ਹੈ ਇਹ ਵਾਰਨ ਹੈਸਟਿੰਗਸ ਦੇ ਨਾਲ ਰਿਲੇਟ ਕਰੂਗੀ, ਠੀਕ ਹੈ। ਰਿੰਗ ਫੈਂਸ ਪਾਲਿਸੀ ਨੂੰ ਵਾਰਨ ਹੈਸਟਿੰਗ ਨੇ ਸਟਾਰਟ ਕੀਤਾ ਸੀਗਾ ਔਰ ਡਾਕਟਰਾਈਨ ਨੂੰ, ਇਹ ਵਾਲੇ ਰਿੰਗ ਫੈਂਸ ਪਾਲਿਸੀ ਵਾਲੇ ਡਾਕਟਰਾਈਨ ਨੂੰ ਮੇਨਲੀ ਕਿਹੜੀ ਜਗ੍ਹਾ ਹੈ ਜਿੱਥੇ ਇਹਨੇ ਯੂਜ਼ ਕੀਤਾ? ਤਾਂ ਇਸਨੇ ਮਰਾਠਾਸ ਦੇ ਅਗੇਂਸਟ ਯੂਜ਼ ਕੀਤਾ ਸੀ ਮੇਨਲੀ, ਐਂਡ ਮੈਸੂਰ ਦੇ ਅਗੇਂਸਟ, ਓਕੇ। ਔਰ ਇਸ ਦੇ ਅੰਦਰ ਈਸਟ ਇੰਡੀਆ ਕੰਪਨੀ ਆਪਣੇ ਅਲਾਈਜ਼ ਜਿਹੜੇ ਟਰੂਪਸ ਹੁੰਦੇ ਨੇ, ਇਹਨਾਂ ਦੇ ਜਿਹੜੇ ਅਲਾਈਜ਼ ਸੀ ਨਾ, ਉਹਨਾਂ ਨੂੰ ਟਰੂਪ ਪ੍ਰੋਵਾਈਡ ਕਰਦੇ ਸੀਗੇ। ਇਹਨਾਂ ਦੇ ਦੋਸਤ ਹੈ ਜੀ, ਉਹਨਾਂ ਨੂੰ ਆਰਮੀ ਚਾਹੀਦੀ ਹੈ, ਬ੍ਰਿਟਿਸ਼ ਕੀ ਕਰਦੇ ਸੀ? ਆਰਮੀ ਪ੍ਰੋਵਾਈਡ ਕਰ ਦਿੰਦੇ ਸੀ, ਠੀਕ ਹੈ। ਤੇ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਸਟਰੈਂਥਨ ਕਰਨ ਦੇ ਲਈ ਉਹਨਾਂ ਦੀ ਹੈਲਪ ਕਰਦੇ ਸੀ, ਓਕੇ। ਔਰ ਇਹਨਾਂ ਟਰੂਪ ਦਾ ਖਰਚਾ ਵੀ ਕੌਣ ਦੇਗਾ? ਅਗੇਨ ਉਹੀ ਵਾਲਾ ਰੂਲਰ ਦੇਗਾ ਜਿਸ ਦੀ ਕਿ ਇਹ ਹੈਲਪ ਕਰਦੇ ਪਏ ਨੇ, ਠੀਕ ਹੈ। ਇਹਦੇ ਨਾਲ ਫਿਰ ਜਿਹੜੇ ਹੁਣ ਲੋਕਲ ਰੂਲਰ ਸੀ ਨਾ, ਉਹ ਵੀ ਈਸਟ ਇੰਡੀਆ ਕੰਪਨੀ ਦੇ ਉੱਪਰ ਡਿਪੈਂਡ ਰਹਿ ਜਾਂਦੇ ਸੀ, ਠੀਕ ਹੈ। ਤਾਂ ਇਹ ਸੀਗੀ ਰਿੰਗ ਆਫ ਫੈਂਸ ਪਾਲਿਸੀ, ਆਲਰਾਈਟ, ਓਕੇ। ਇੱਥੇ ਸਾਡੀਆਂ ਇੰਪੀਰੀਅਲ ਪਾਲਿਸੀਜ਼ ਹੋ ਗਈਆਂ ਖਤਮ, ਰਾਈਟ, ਜਿਹੜੀਆਂ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਨੇ, ਓਕੇ। ਆਫਟਰ ਦੈਟ ਗੱਲ ਕਰਾਂਗੇ ਬ੍ਰਿਟਿਸ਼ ਨੇ ਇਕਨੋਮਿਕਸ ਪਾਲਿਸੀ ਕਿਹੜੀਆਂ ਲਿਆਂਦੀਆਂ ਆ। ਤਾਂ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਇਹਨਾਂ ਦੇ ਲੈਂਡ ਰੈਵਨਿਊ ਸਿਸਟਮ ਨੇ, ਠੀਕ ਹੈ, ਜਿਸ ਦੇ ਵਿੱਚ ਅਸੀਂ 3 ਸਿਸਟਮ ਨੂੰ ਬਹੁਤ ਡਿਟੇਲ ਵਿੱਚ ਡਿਸਕਸ ਕਰਾਂਗੇ। ਪਹਿਲਾ ਰਹੇਗਾ ਪਰਮਨੈਂਟ ਸੈਟਲਮੈਂਟ, ਆਫਟਰ ਦੈਟ ਰੈयतवाड़ी ਐਂਡ ਮਹਿਲਵਾੜੀ, ਠੀਕ ਹੈ। ਬਟ ਅਸੀਂ ਇਹਨਾਂ ਤਿੰਨਾਂ ਨੂੰ ਡਿਸਕਸ ਕਰੀਏ ਇਸ ਤੋਂ ਪਹਿਲਾਂ ਅਸੀਂ ਪੜ੍ਹ ਲੈਣਾ ਆ ਇਜ਼ਾਰੇਦਾਰੀ ਸਿਸਟਮ, ਠੀਕ ਹੈ। ਇਜ਼ਾਰੇਦਾਰੀ ਸਿਸਟਮ ਦਾ ਹੀ ਦੂਸਰਾ ਨਾਮ ਪੰਚਸ਼ਾਲਾ ਸਿਸਟਮ ਰਹੂਗਾ, ਓਕੇ। ਪਹਿਲਾ ਇੰਪੋਰਟੈਂਟ ਕੁਐਸਚਨ ਕੀ ਹੈ ਕਿ ਇਜ਼ਾਰੇਦਾਰੀ ਸਿਸਟਮ ਨੂੰ ਕਿਸ ਨੇ ਸਟਾਰਟ ਕੀਤਾ? ਵਾਰਨ ਹੈਸਟਿੰਗਸ ਨੇ। ਕਦੋਂ ਸਟਾਰਟ ਕੀਤਾ? ਦਿਸ ਇਜ਼ ਆਲਸੋ ਇੰਪੋਰਟੈਂਟ, 1773 ਦੇ ਵਿੱਚ, ਠੀਕ ਹੈ। ਪਲਾਸੀ ਦੀ ਬੈਟਲ ਹੋਈ? ਬਿਲਕੁਲ ਹੋਈ ਮੈਮ। ਪਲਾਸੀ ਦੀ ਬੈਟਲ ਤੋਂ ਬਾਅਦ ਬ੍ਰਿਟਿਸ਼ ਨੇ ਦੀਵਾਨੀ ਰਾਈਟ ਲੈ ਲਏ ਸੀਗੇ, ਹੈ ਨਾ। ਜਿੱਦਾਂ ਹੀ ਦੀਵਾਨੀ ਰਾਈਟ ਉਹਨਾਂ ਨੂੰ ਮਿਲ ਰਿਹਾ ਹੈ, ਯਾਨੀ ਕਿ ਰੈਵਨਿਊ ਇੱਧਰੋਂ ਵੀ ਉਹਨਾਂ ਦਾ ਉੱਧਰੋਂ ਵੀ ਉਹਨਾਂ ਦਾ, ਹੈ ਨਾ। ਤੇ 1773 ਦੇ ਵਿੱਚ ਫਿਰ ਜਿਹੜਾ ਵਾਰਨ ਹੈਸਟਿੰਗ ਹੈ ਇਹਨੇ ਹੀ ਬ੍ਰਿਟਿਸ਼ ਵੱਲੋਂ ਇੰਡੀਆ ਦੇ ਵਿੱਚ ਇੰਪਲੀਮੈਂਟ ਕੀਤਾ ਇਹਨਾਂ ਦਾ ਪਹਿਲਾ ਲੈਂਡ ਟੈਨਿਓਰ ਸਿਸਟਮ, ਠੀਕ ਹੈ। ਇਹ ਲੈਂਡ ਟੈਨਿਓਰ ਸਿਸਟਮ ਕਿਹੜਾ ਰਹੇਗਾ? ਇਹ ਹੀ ਹੋ ਜਾਏਗਾ ਇਜ਼ਾਰੇਦਾਰੀ ਜਾਂ ਫਿਰ ਪੰਚਸ਼ਾਲਾ ਸਿਸਟਮ, ਰਾਈਟ, ਓਕੇ।
ਮੇਨਲੀ ਕਿਹੜੇ ਏਰੀਆਜ਼ ਦੇ ਵਿੱਚ ਇਹਨੂੰ ਲਿਆਂਦਾ ਗਿਆ, ਬੈਂਗੋਲ ਦੇ ਏਰੀਆ ਦੇ ਵਿੱਚ ਔਰ ਬਿਹਾਰ ਦੇ ਏਰੀਆ ਵਿੱਚ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਸੀਗਾ, ਇਹਦੇ ਵਿੱਚ ਨਾ ਜੋ ਲੈਂਡ ਰੈਵਨਿਊ ਹੈ ਇਹਨੂੰ ਕਲੈਕਟ ਕਰਨ ਦੇ ਲਈ ਬਿਡਿੰਗ ਕੀਤੀ ਜਾਂਦੀ ਸੀ, ਬੋਲੀ ਲਗਾਈ ਜਾਂਦੀ ਸੀ, ਠੀਕ ਹੈ। ਹੁਣ ਬਿਡ ਹੋ ਰਹੀ ਹੈ ਜੀ, ਜਿਹੜਾ ਪਰਸਨ ਸਭ ਤੋਂ ਜ਼ਿਆਦਾ ਬੋਲੀ ਲਗਾਉਂਦਾ ਸੀਗਾ ਉਹਨੂੰ ਇਹ ਹੱਕ ਦੇ ਦਿੰਦੇ ਸੀਗੇ ਕਿ ਤੂੰ ਇਹ ਵਾਲੀ ਜਗ੍ਹਾ ਤੋਂ ਹੁਣ ਕੀ ਕਲੈਕਟ ਕਰ ਸਕਦਾ ਆ, ਤੂੰ ਕਲੈਕਟ ਕਰ ਸਕਦਾ ਆ ਟੈਕਸ, ਠੀਕ ਹੈ। ਲਗਾਨ ਹੁਣ ਤੂੰ ਕਲੈਕਟ ਕਰੇਗਾ, ਠੀਕ ਹੈ। ਉਹਦਾ ਉਹਨੂੰ ਮਿਲ ਜਾਂਦਾ ਸੀਗਾ ਠੇਕਾ, ਰਾਈਟ। ਹੁਣ ਤੁਸੀਂ ਇਹ ਦੇਖੋ, ਇਹ ਠੇਕਾ ਇਹਨਾਂ ਨੂੰ ਦੇ ਦਿੱਤਾ ਜਾਂਦਾ ਸੀਗਾ 5 ਸਾਲ ਦੇ ਲਈ। ਇਸੇ ਕਰਕੇ ਹੀ ਇਹ ਸਿਸਟਮ ਦਾ ਨਾਮ ਹੈਗਾ ਆ ਪੰਚਸ਼ਾਲਾ ਸਿਸਟਮ, ਰਾਈਟ। 5 ਸਾਲਾਂ ਵਾਸਤੇ ਉਹਨੂੰ ਮਿਲ ਗਿਆ। ਹੁਣ ਇਹਨੂੰ ਹੀ ਜਿਹੜੇ ਪਰਸਨ ਨੂੰ ਇਹ ਵਾਲਾ ਠੇਕਾ ਮਿਲਿਆ ਨਾ, ਇਸ ਪਰਸਨ ਨੂੰ ਬੋਲਿਆ ਜਾਂਦਾ ਸੀ ਇਜ਼ਾਰੇਦਾਰ, ਓਕੇ, ਜਿਹੜਾ ਟੈਕਸ ਕਲੈਕਟ ਕਰ ਰਿਹਾ, ਓਕੇ। ਪਰ ਫਿਰ ਇਹ ਜਿਹੜਾ 5 ਸਾਲ ਵਾਲਾ ਸਿਸਟਮ ਹੈ ਆਲਮੋਸਟ ਫੇਲ ਹੋ ਗਿਆ। ਫਿਰ ਇਹਨੂੰ ਲੱਗਿਆ ਵਾਰਨ ਹੈਸਟਿੰਗ ਨੂੰ ਕਿ ਨਹੀਂ, ਮੈਂ ਸਿਸਟਮ ਬੰਦ ਨਹੀਂ ਕਰਨਾ। ਇਹਨੇ ਕੀ ਕੀਤਾ, 5 ਸਾਲ ਦੀ ਜਗ੍ਹਾ ਦੇ ਉੱਪਰ ਇਹਦਾ ਟਾਈਮ ਪੀਰੀਅਡ ਘਟਾ ਕੇ ਕਰਤਾ 1 ਸਾਲ, ਯਾਨੀ ਕਿ ਹੁਣ ਤੁਹਾਨੂੰ 1 ਸਾਲ ਦੇ ਲਈ ਠੇਕਾ ਮਿਲੇਗਾ ਔਰ ਉਸ ਦੇ ਬੇਸ ਦੇ ਉੱਪਰ ਹੀ ਤੁਸੀਂ ਟੈਕਸ ਕਲੈਕਟ ਕਰ ਸਕਦੇ ਹੋ, ਰਾਈਟ। ਹੁਣ ਇਹ ਫੇਲ ਹੋਇਆ ਕਿਉਂ ਸੀ? ਦੇਖੋ 5 ਸਾਲ ਦਾ ਇਹ ਤਾਂ ਆਪਦੇ ਵੱਲੋਂ ਟਾਈਮ ਦੇ ਦਿੰਦੇ ਸੀ, ਨਾ ਤਾਂ ਕੋਈ ਫਿਕਸ ਰੈਵਨਿਊ ਜਨਰੇਟ ਹੁੰਦਾ ਸੀਗਾ ਤੇ ਨਾ ਹੀ ਕੋਈ ਅਸੈਸਮੈਂਟ ਪੀਰੀਅਡ ਹੁੰਦਾ ਸੀ, ਲਗਾਤਾਰ ਚੇਂਜ ਹੁੰਦਾ ਰਹਿੰਦਾ ਉੱਪਰ ਨੀਚੇ, ਠੀਕ ਹੈ। ਤਾਂ ਇਹਨੇ ਫਿਕਸ ਕਰ ਦਿੱਤਾ ਕਿ 1 ਸਾਲ ਦਾ ਟਾਈਮ ਪੀਰੀਅਡ ਤੁਹਾਡੇ ਕੋਲੋਂ ਰਹੇਗਾ, ਓਕੇ। ਪਰ ਇਹ 1 ਸਾਲ ਵਾਲਾ ਵੀ ਜਿਹੜਾ ਰੈਵਨਿਊ ਸਿਸਟਮ ਹੈ ਨਾ, ਇਹ ਵੀ ਜ਼ਿਆਦਾ ਦੇਰ ਤੱਕ ਵਰਕਆਊਟ ਨਹੀਂ ਕਰ ਸਕਿਆ, ਰਾਈਟ। ਤੇ ਜਿੱਦਾਂ ਹੀ ਕੌਰਨਵਾਲਿਸ ਨੇ ਅਗਲੇ ਵਾਲਾ ਸਿਸਟਮ ਲਿਆਂਦਾ, ਜਿਸ ਬਾਰੇ ਅਸੀਂ ਹੁਣੇ ਪੜ੍ਹਨਾ ਹੈ, ਪਰਮਾਨੈਂਟ ਸੈਟਲਮੈਂਟ, ਰਾਈਟ। ਜਿੱਦਾਂ ਹੀ ਕੌਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ ਨੂੰ ਇੰਟਰੋਡਿਊਸ ਕੀਤਾ, ਠੀਕ ਹੈ, ਤਾਂ ਉਦਾਂ ਹੀ ਕੀ ਹੋਣ ਲੱਗ ਗਿਆ ਜੀ, ਹੁਣ ਇਹ ਪਰਮਾਨੈਂਟ ਸੈਟਲਮੈਂਟ ਆ ਗਈ ਤਾਂ ਇਜ਼ਾਰੇਦਾਰੀ ਸਿਸਟਮ ਧੀਰੇ ਕਰਕੇ ਖਤਮ ਹੋ ਗਿਆ, ਸਮਝ ਗਏ? ਆਲਰਾਈਟ। ਤਾਂ ਹੁਣ ਅਸੀਂ ਇੱਥੇ ਦੇਖਾਂਗੇ ਫਿਰ ਪਰਮਾਨੈਂਟ ਸੈਟਲਮੈਂਟ ਨੂੰ ਕਿਸਨੇ ਸਟਾਰਟ ਕੀਤੀ। ਅਸੀਂ ਹੁਣੇ ਹੀ ਦੇਖਿਆ ਲਾਰਡ ਕੌਰਨਵਾਲਿਸ ਨੇ ਇਸ ਨੂੰ ਸਟਾਰਟ ਕੀਤਾ ਆ, ਓਕੇ। ਐਂਡ ਐਸੋ ਨੋ ਡਾਊਟ ਇਹਨੇ ਸਟਾਰਟ ਕੀਤਾ ਆ, ਬਟ ਇੱਥੇ ਇਹ ਪਤਾ ਹੋਣਾ ਚਾਹੀਦਾ ਆ ਕਿ ਜਦੋਂ ਇਹਨੂੰ ਸਟਾਰਟ ਕੀਤਾ ਗਿਆ ਤਾਂ ਇਸ ਦੇ ਵਿੱਚ ਅਗਰ ਇਸ ਨੂੰ ਤੋੜ ਕੇ ਵੈਸੇ ਦੇਖ ਲਈਏ, ਪਰਮਾਨੈਂਟ ਸੈਟਲਮੈਂਟ, ਪਰਮਾਨੈਂਟ ਮਤਲਬ ਇੱਕ ਸਥਾਈ ਹੈ, ਠੀਕ ਹੈ। ਯਾਨੀ ਕਿ ਇਹਨਾਂ ਨੇ ਕੀ ਕਰਨਾ, ਹੁਣ ਇਹਨਾਂ ਨੇ ਨਾ ਲੈਂਡ ਰੈਵਨਿਊ ਦੇ ਜਿਹੜੇ ਰੇਟ ਹੈ ਉਹ ਪਰਮਾਨੈਂਟ ਕਰ ਦੇਣੇ ਆ, ਫਿਕਸ ਕਰ ਦੇਣੇ ਆ, ਇਸ ਦੀ ਗੱਲ ਕੀਤੀ ਹੈ, ਠੀਕ ਹੈ। ਤਾਂ ਲਾਰਡ ਕੌਰਨਵਾਲਿਸ ਨੇ ਕੀਤਾ ਇਸ ਨੂੰ ਇੰਪਲੀਮੈਂਟ ਕੀਤਾ ਗਿਆ ਕਿੱਥੇ, ਬੰਗਾਲ ਦੇ ਵਿੱਚ, ਬਿਹਾਰ, ਓਡੀਸ਼ਾ, ਬਨਾਰਸ ਐਂਡ ਨਾਰਥ ਕਰਨਾਟਕਾ ਵਾਲੇ ਏਰੀਆ ਦੇ ਵਿੱਚ, ਠੀਕ ਹੈ। ਇਹਦੇ ਅੰਡਰ ਕੀ ਕੀਤਾ ਗਿਆ ਸੀਗਾ, ਦੇਖੋ ਹੁਣ ਇਹਨਾਂ ਨੇ ਲੈਂਡ ਰੈਵਨਿਊ ਕਰ ਦਿੱਤਾ ਫਿਕਸ, ਠੀਕ ਹੈ। ਇਹਨਾਂ ਨੇ ਬੋਲਿਆ ਮੰਨ ਲਓ ਟੋਟਲ ਪ੍ਰੋਡਕਸ਼ਨ ਹੈ, ਠੀਕ ਹੈ, ਟੋਟਲ ਪ੍ਰੋਡਕਸ਼ਨ ਦੇ 9 ਹਿੱਸੇ ਹੋ ਗਏ, ਠੀਕ ਹੈ। 9 ਹਿੱਸਿਆਂ ਦੇ ਵਿੱਚੋਂ ਜਿਹੜਾ ਤਾਂ ਇੱਕ ਹਿੱਸਾ ਹੈ ਇਹ ਕਿਹਦੇ ਕੋਲ ਚਲਾ ਜਾਏਗਾ, ਇਹ ਚਲਾ ਜਾਏਗਾ ਜੀ ਜ਼ਮੀਨਦਾਰ ਕੋਲ, ਓਕੇ। ਤੇ ਜਿਹੜੇ ਬਾਕੀ ਦੇ 8 ਹਿੱਸੇ ਹੋਣਗੇ ਇਹ ਕਿਹਦੇ ਕੋਲ ਪਹੁੰਚਣਗੇ, ਇਹ 8 ਹਿੱਸੇ ਜਿਹੜੇ ਹੈਗੇ ਆ ਇਹ ਚਲੇ ਜਾਣਗੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਕੋਲ, ਠੀਕ ਹੈ। ਜ਼ਮੀਂਦਾਰ ਜਿਹੜੇ ਸੀ ਨਾ, ਇਸ ਦਾ ਮਤਲਬ ਇੱਥੇ ਰੀਅਲ ਓਨਰ ਬਣ ਗਏ ਨੇ ਲੈਂਡ ਦੇ, ਠੀਕ ਹੈ। ਅਸਲੀ ਜਿਹੜੀ ਮਲਕੀਅਤ ਹੈ ਉਹ ਇਹਨਾਂ ਨੇ ਜ਼ਮੀਂਦਾਰਾਂ ਨੂੰ ਦੇ ਦਿੱਤੀ, ਓਕੇ। ਬਟ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਈਸਟ ਇੰਡੀਆ ਕੰਪਨੀ ਤੋਂ ਉੱਪਰ ਹੋ ਗਏ ਇਹ, ਨਹੀਂ, ਉਹਨਾਂ ਦੇ ਤਾਂ ਅੰਡਰ ਹੀ ਚੱਲ ਰਹੇ ਨੇ, ਬਟ ਅਦਰਵਾਈਜ਼ ਇਨ ਪੇਪਰਸ ਜ਼ਮੀਂਦਾਰ ਨੂੰ ਇਹਨਾਂ ਨੇ ਓਨਰ ਘੋਸ਼ਿਤ ਕਰ ਦੇਣਾ, ਠੀਕ ਹੈ। ਐਸੇ ਹੀ ਸਿਸਟਮ ਨੂੰ ਸਭ ਤੋਂ ਪਹਿਲਾਂ ਕੀ ਕੀਤਾ ਗਿਆ ਜੀ, 1790 ਦੇ ਵਿੱਚ ਨਾ ਟੈਂਪਰੇਰੀ ਬੇਸ ਦੇ ਉੱਪਰ ਸਟਾਰਟ ਕੀਤਾ ਗਿਆ ਸੀ, ਠੀਕ ਹੈ। ਕਿੰਨੇ ਸਾਲ ਵਾਸਤੇ, 10 ਇਅਰਸ ਦੇ ਲਈ ਇਸ ਨੂੰ ਸਟਾਰਟ ਕੀਤਾ ਗਿਆ। ਬਟ ਇਸ ਤੋਂ ਜਸਟ 3 ਸਾਲ ਬਾਅਦ ਹੀ, ਯਾਨੀ ਕਿ 1793 ਦੇ ਵਿੱਚ ਹੀ ਇਸ ਨੂੰ ਪਰਮਾਨੈਂਟ ਕਰ ਦਿੱਤਾ ਗਿਆ, ਠੀਕ ਹੈ। ਪਰ ਇਸ 'ਚ ਇੱਕ ਸ਼ਰਤ ਰੱਖੀ ਗਈ ਸੀ, ਉਹ ਕੀ, ਮੰਨ ਲਓ ਕਿ ਇਹ ਜੋ ਜ਼ਮੀਂਦਾਰ ਹੈ ਜਿੰਨਾ ਵੀ ਟੈਕਸ ਫਿਕਸ ਕੀਤਾ ਗਿਆ, ਠੀਕ ਹੈ, ਅਗਰ ਇਹ ਜ਼ਮੀਂਦਾਰ ਟੈਕਸ ਪੇ ਕਰਨ ਦੇ ਕਾਬਿਲ ਨਹੀਂ ਹੈ, ਠੀਕ ਹੈ, ਤਾਂ ਉਸ ਨੂੰ ਫਿਰ ਜ਼ਮੀਂਦਾਰੀ ਤੋਂ ਡਿਪਰਾਈਵ ਕਰ ਦਿੱਤਾ ਜਾਂਦਾ ਸੀਗਾ, ਓਕੇ। ਹੁਣ ਅਸੀਂ ਦੇਖਣਾ ਹੈ ਕਿ ਇਸ ਦੇ ਨਾਲ 2 ਹੋਰ ਅਟੈਚਮੈਂਟ ਹੈ ਜੋ ਕਿ ਜੁੜੀਆਂ ਹੋਈਆਂ, ਠੀਕ ਹੈ, ਔਰ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣਗੀਆਂ, ਓਕੇ, ਬਿਕਾਜ਼ ਇਹਨਾਂ ਦੇ ਵਿੱਚੋਂ ਅ ਲੋਟ ਆਫ ਕੁਐਸਚਨਸ ਜਿਹੜੇ ਕਿ ਪੁੱਛੇ ਜਾਂਦੇ ਨੇ, ਆਲਰਾਈਟ। ਤਾਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਅਟੈਚਡ ਸੈਟਲਮੈਂਟ ਦੀ, ਓਕੇ। ਦੇਖੋ ਇਹ ਕਿਹਦੇ ਨਾਲ ਜੁੜੀਆਂ ਹੋਈਆਂ ਮੈਂ, ਇਹ ਸਾਡੇ ਪਰਮਾਨੈਂਟ ਸੈਟਲਮੈਂਟ ਦੇ ਵਿੱਚ ਹੀ ਹੈਗੀਆਂ, ਓਕੇ। ਹਾਂ, ਪਹਿਲੀ ਗੱਲ ਕਰਾਂਗੇ ਐਬਸੈਂਟੀ ਜ਼ਮੀਂਦਾਰ ਸਿਸਟਮ ਦੀ, ਠੀਕ ਹੈ, ਆਫਟਰ ਦੈਟ ਸਨਸੈਟ ਲਾਅ ਦੀ ਗੱਲ ਕਰਾਂਗੇ। ਇਹਨੂੰ ਅਗਰ ਆਪਾਂ ਈਜ਼ੀ ਵੇ ਦੇ ਵਿੱਚ ਸਮਝੀਏ, ਠੀਕ ਹੈ, ਤਾਂ ਮੰਨ ਲਓ ਜੀ ਕਿ ਰੈਵਨਿਊ ਦੇਣ ਦਾ ਟਾਈਮ ਫਿਕਸ ਹੋ ਗਿਆ। ਇਹਨਾਂ ਨੇ ਬੋਲ ਦਿੱਤਾ ਕਿ 1 ਦਸੰਬਰ ਨੂੰ ਅਸੀਂ ਕੀ ਕਰਨਾ ਆ, ਰੈਵਨਿਊ ਕਲੈਕਟ ਕਰਨ ਦਾ ਡੇਟ ਦੇ ਦਿੱਤੀ ਹੈ, ਠੀਕ ਹੈ।
शाम हो गई है, शाम हुंदे हुंदे तक अगर तां जमींदार आके रेवेन्यू दे जांदा है फिर तां ठीक है, अदरवाइज अगर उन्हें नहीं दिता तां जिद्दां ही सनसैट होएगा तां सनसैट होण ते ओहदी जिहड़ी जमीन है वो जब्त कर ली जाएगी ब्रिटिश ईस्ट इंडिया कंपनी वालों। समझ गए? ਤਾਂ ਇਹਦਾ ਮਤਲਬ ਇਸ ਨਾਲ ਸੰਬੰਧ ਹੋ ਗਿਆ ਸਨਸੈਟ ਦੇ ਨਾਲ, ਸੂਰਜ ਉਦੇ ਦੇ ਨਾਲ, ਇਸੇ ਕਰਕੇ ਇਹਨੂੰ ਬੋਲਦੇ ਆ ਸਨਸੈਟ ਲਾਅ। ਠੀਕ ਹੈ। ਆਫਟਰ ਦੈਟ ਅਸੀਂ ਗੱਲ ਕਰਾਂਗੇ ਐਬਸੈਂਟੀ ਜ਼ਮੀਂਦਾਰ ਸਿਸਟਮ ਦੀ। ਹੁਣ ਮੰਨ ਲਓ ਕਿ ਜੋ ਜ਼ਮੀਨ ਹੈ ਇਹਨੂੰ ਜ਼ਮੀਨਦਾਰ ਰੈਵਨਿਊ ਨਹੀਂ ਦੇ ਪਾਇਆ, ਕੰਪਨੀ ਨੇ ਇਹਨੂੰ ਜ਼ਬਤ ਕਰ ਲਿਆ। ਹੁਣ ਕੰਪਨੀ ਦਾ ਮਤਲਬ ਇਹ ਥੋੜੀ ਹੈ ਕਿ ਸਾਰਾ ਰੈਵਨਿਊ ਖੁਦ ਕਲੈਕਟ ਕਰਨ ਨੂੰ ਤੁਰ ਪਏਗੀ, ਐਦਾਂ ਨਹੀਂ ਹੋਣਾ, ਬਿਕਾਜ਼ ਇਹਨਾਂ ਦੇ ਕੋਲੋਂ ਤਾਂ ਬਹੁਤ ਜ਼ਿਆਦਾ ਏਰੀਆ ਹੈਗਾ, ਹੈ ਨਾ। ਇਸ ਕਰਕੇ ਇਹ ਕੀ ਕਰਦੇ ਸੀ, ਹੁਣ ਨਾ ਇਹ ਐਸ ਪਿੰਡ ਦੇ ਕਿਸੇ ਜ਼ਮੀਂਦਾਰ ਨੂੰ ਨਹੀਂ ਚੁਣਦੇ, ਇਹ ਕੀ ਕਰਦੇ ਕਿਸੇ ਵੱਡੇ ਜ਼ਮੀਂਦਾਰ ਨੂੰ ਜਾ ਕੇ ਅੱਗੇ ਠੇਕਾ ਦੇ ਦਿੰਦੇ ਸੀਗੇ। ਠੀਕ ਹੈ। ਔਰ ਜਿਹੜਾ ਕਿ ਨਾ ਤਾਂ ਉਸ ਪਿੰਡ ਦਾ ਹੁੰਦਾ ਸੀ ਨਾ ਹੀ ਉਸ ਇਲਾਕੇ ਦਾ ਹੁੰਦਾ ਸੀ। ਤੁਸੀਂ ਐਗਜ਼ਾਮਪਲ ਲੈ ਕੇ ਚੱਲੋ ਕਿ ਚੰਡੀਗੜ੍ਹ ਦੀ ਜ਼ਮੀਨ ਹੈ, ਠੀਕ ਹੈ, ਇਹਨੂੰ ਨਾ ਇਹਨਾਂ ਨੇ ਦਿੱਲੀ ਦੇ ਜ਼ਮੀਂਦਾਰ ਨੂੰ ਦੇ ਦਿੱਤਾ, ਓਕੇ। ਤੇ ਦਿੱਲੀ ਬੈਠੇ ਬੈਠੇ ਹੁਣ ਉਹਨੇ ਚੰਡੀਗੜ੍ਹ ਦਾ ਕੰਮ ਚਲਾਣਾ ਹੈ। ਤੁਹਾਨੂੰ ਕੀ ਲੱਗਦਾ ਵਾਰ-ਵਾਰ ਅਪ ਐਂਡ ਡਾਊਨ ਕਰੇਗਾ? ਓਬਵੀਅਸਲੀ ਨਹੀਂ ਕਰੇਗਾ। ਤਾਂ ਇਹ ਕੀ ਕਰੇਗਾ, ਇਹ ਕਰਦਾ ਸੀਗਾ ਵਿੱਚ ਰੱਖ ਲੈਂਦਾ ਸੀ ਮੀਡੀਏਟਰਸ, ਠੀਕ ਹੈ, ਵਿਚੋਲੀਏ ਰੱਖ ਲੈਂਦਾ ਸੀਗਾ। ਔਰ ਹੁਣ ਦੇਖੋ ਇਹਨਾਂ ਵਿਚੋਲੀਆਂ ਨੇ ਕਿ ਆਪਦਾ ਫਾਇਦਾ ਵੀ ਦੇਖਣਾ, ਓਬਵੀਅਸਲੀ ਹੁਣ ਸਾਰਾ ਕੁਝ ਦਿੱਲੀ ਥੋੜੀ ਨਾ ਭੇਜ ਦੇਣਗੇ, ਇਹਨਾਂ ਨੇ ਖੁਦ ਦਾ ਫਾਇਦਾ ਦੇਖਣਾ ਹੈ। ਐਸੇ ਕਰਕੇ ਹੁਣ ਜਿਹੜੇ ਫਾਰਮਰਸ ਹੈ ਉਹਨਾਂ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ੋਸ਼ਣ ਹੋਣਾ ਸਟਾਰਟ ਹੋ ਜਾਏਗਾ, ਉਹਨਾਂ ਦੇ ਉੱਪਰ ਹੋਰ ਵੀ ਜ਼ਿਆਦਾ ਦਬਾਅ ਆਉਣ ਲੱਗ ਜਾਏਗਾ ਕਿ ਲਗਾਨ ਦਿਓ, ਟੈਕਸ ਦਿਓ। ਸਮਝ ਰਹੇ ਹੋ? ਤਾਂ ਐਸੇ ਹੀ ਸਿਸਟਮ ਦੇ ਵਿੱਚ ਕਿਉਂਕਿ ਉਸ ਪਿੰਡ ਦਾ ਉਸ ਇਲਾਕੇ ਦਾ ਜ਼ਮੀਂਦਾਰ ਨਹੀਂ ਹੈ ਇਨਕਲੂਡ, ਰਾਈਟ, ਉਹ ਐਬਸੈਂਟ ਹੈ, ਤਾਂ ਇਹਨੂੰ ਬੋਲਦੇ ਸੀ ਐਬਸੈਂਟੀ ਜ਼ਮੀਂਦਾਰੀ ਸਿਸਟਮ। ਆਈ ਹੋਪ ਯੂ ਆਰ ਗੈਟਿੰਗ ਮਾਈ ਪੁਆਇੰਟ, ਰਾਈਟ, ਓਕੇ। ਇਸ ਤੋਂ ਅਗਲੇ ਪੁਆਇੰਟ ਤੇ ਚੱਲਦੇ ਹਾਂ। ਅਗਲਾ ਸਿਸਟਮ ਹੈ ਰਯੌਤਵਾੜੀ ਸਿਸਟਮ। ਠੀਕ ਹੈ। ਜਦੋਂ ਤੁਸੀਂ ਇੱਥੇ ਗੱਲ ਕਰਦੇ ਹੋ ਰਯੌਤ ਦਾ ਮਤਲਬ ਹੋਏਗਾ ਫਾਰਮਰਸ, ਓਕੇ। ਇੰਟਰੋਡਿਊਸ ਕਿਤਨੇ ਕੀਤਾ? ਸਰ ਥੋਮਸ ਮੁਨਰੋ, ਇਹਨਾਂ ਨੇ 1820 ਦੇ ਵਿੱਚ ਇਸ ਨੂੰ ਇੰਟਰੋਡਿਊਸ ਕੀਤਾ ਸੀ। ਠੀਕ ਹੈ। ਮੁਨਰੋ ਨਾ ਮੈਡਰਾਸ ਦਾ ਗਵਰਨਰ ਸੀਗਾ, ਬਟ ਉਹਨੂੰ ਇਸ ਸਿਸਟਮ ਦੀ ਇੰਸਪੀਰੇਸ਼ਨ ਕਿੱਥੋਂ ਮਿਲੀ ਹੈ? ਤਾਂ ਯਾਦ ਰੱਖਣਾ ਇਹਨੂੰ ਇੰਸਪੀਰੇਸ਼ਨ ਮਿਲੀ ਸੀ ਜੀ ਅਲੈਗਜ਼ੈਂਡਰ ਰੀਡ ਤੋਂ, ਓਕੇ। ਕਿਉਂ? ਕਿਉਂਕਿ ਉਸੇ ਪਰਸਨ ਨੇ 12 ਮਹਿਲ ਨਾਮ ਦਾ ਜੋ ਇਲਾਕਾ ਹੈ ਨਾ, ਇੱਥੇ ਇਹ ਵਾਲਾ ਸਿਸਟਮ ਸਟਾਰਟ ਕੀਤਾ ਸੀ। ਬਟ ਮੈਡਰਾਸ ਦੇ ਵਿੱਚ ਅਗਰ ਤੁਸੀਂ ਦੇਖੋਗੇ ਜਾਂ ਫਿਰ ਵੈਸਟ ਇੰਡੀਆ 'ਚ ਦੇਖੋਗੇ ਤਾਂ ਮੁਨਰੋ ਨੇ ਸਟਾਰਟ ਕੀਤਾ। ਠੀਕ ਹੈ। ਬਟ ਅਗਰ ਤੁਹਾਡੇ ਕੋਲ ਪੁੱਛਿਆ ਜਾਵੇ ਬੰਬੇ ਕਿ ਬੰਬੇ ਦੇ ਵਿੱਚ ਇਹ ਸਿਸਟਮ ਜੋ ਹੈ ਕਿਸ ਨੇ ਸਟਾਰਟ ਕੀਤਾ, ਤਾਂ ਇਹ ਸਟਾਰਟ ਕੀਤਾ ਗਿਆ ਸੀਗਾ ਐਲ ਫਿਨਸਟਨ ਵੱਲੋਂ, ਰਾਈਟ। ਇਹ ਤਿੰਨ ਅਲੱਗ-ਅਲੱਗ ਕੁਐਸਚਨਸ ਬਣ ਜਾਣਗੇ, ਓਕੇ। ਹਾਂਜੀ, ਕਿਹੜੇ ਏਰੀਆ ਦੇ ਵਿੱਚ ਮੁਨਰੋ ਨੇ ਇਹਨੂੰ ਐਸਟੈਬਲਿਸ਼ ਕੀਤਾ? ਤਾਂ ਯਾਦ ਰੱਖੋਗੇ ਮੈਡਰਾਸ ਐਂਡ ਬੰਬੇ ਦੇ ਕੁਝ ਏਰੀਆ ਦੇ ਵਿੱਚ ਇਹ ਵਾਲਾ ਸਿਸਟਮ ਜਿਹੜਾ ਬਹੁਤ ਜ਼ਿਆਦਾ ਚੱਲਿਆ ਸੀ, ਓਕੇ। ਇਹ ਤੇ ਸਿਰਫ ਮੁਨਰੋ ਦੀ ਗੱਲ ਨਹੀਂ ਹੋ ਰਹੀ, ਮੁਨਰੋ ਦੇ ਨਾਲ ਅਸੀਂ ਫਿਨਸਟਨ ਦੀ ਵੀ ਗੱਲ ਕਰ ਰਹੇ ਹਾਂ, ਓਕੇ। ਠੀਕ ਹੈ। ਮੈਡਰਾਸ ਐਂਡ ਬੰਬੇ ਹੋ ਗਿਆ, ਓਕੇ। ਆਫਟਰ ਦੈਟ ਦੇਖਾਂਗੇ ਇੱਥੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਰਯੌਤ ਦਾ ਮਤਲਬ ਹੈ ਫਾਰਮਰ, ਯਾਨੀ ਕਿ ਹੁਣ ਇੱਥੇ ਜਿਹੜੇ ਪੀਜ਼ੈਂਟ ਹੈ ਨਾ, ਜਿਹੜੇ ਫਾਰਮਰਸ ਹੈ, ਇਹ ਹੁਣ ਲੈਂਡ ਦੇ ਬਣ ਜਾਣਗੇ ਜੀ ਓਨਰ, ਇਹਨਾਂ ਦੇ ਕੋਲੋਂ ਮਲਕੀਅਤ ਆ ਜੂਗੀ। ਠੀਕ ਹੈ ਨਾ, ਓਕੇ, ਕਿਉਂਕਿ ਇਹਨਾਂ ਮਤਲਬ ਹੀ ਫਾਰਮਰ ਹੈ। ਪਰ ਇਸ ਸੈਟਲਮੈਂਟ ਦੇ ਵਿੱਚ ਜਿਹੜੇ ਜ਼ਮੀਂਦਾਰ ਹੈ, ਜ਼ਮੀਂਦਾਰ ਵਰਗੇ ਮਿਡਲ ਮੈਨ ਹੁਣ ਖਤਮ ਕਰ ਦਿੱਤੇ ਗਏ, ਓਕੇ। ਹੁਣ ਦੇਖੋ ਇਹਦੇ 'ਚ ਇਹ ਤਾਂ ਹੈ ਨਹੀਂਗਾ, ਬਟ ਜਿਹੜੀ ਗਵਰਨਮੈਂਟ ਹੈ ਡਾਇਰੈਕਟ ਕੀ ਕਰੇਗੀ, ਡਾਇਰੈਕਟ ਫਾਰਮਰਸ ਕੋਲ ਜਾਏਗੀ, ਟੈਕਸ ਕਲੈਕਟ ਕਰੇਗੀ। ਔਰ ਉਹ ਟੈਕਸ ਦੇਣ ਦੇ ਵਿੱਚ ਅਗਰ ਫੇਲ ਹੋ ਗਏ ਮੈਮ, ਫਿਰ ਕੀ ਹੋਗਾ? ਓਬਵੀਅਸਲੀ ਜੋ ਸੇਮ ਪਹਿਲਾਂ ਜ਼ਮੀਨਦਾਰਾਂ ਨਾਲ ਹੁੰਦਾ ਸੀ ਉਹੀ ਹੁਣ ਫਾਰਮਰਸ ਨਾਲ ਹੋਏਗਾ ਕਿ ਇਹਨਾਂ ਦੀ ਜਿਹੜੀ ਜ਼ਮੀਨ ਹੈ ਕੰਪਨੀ ਜ਼ਬਤ ਕਰ ਲੇਗੀ। ਠੀਕ ਹੈ। ਰਯਤਵਾੜੀ ਸਿਸਟਮ ਦੇ ਵਿੱਚ ਇਹਨਾਂ ਨੇ ਚੇਂਜ ਕੀ ਲਿਆਂਦਾ? ਇਹਨਾਂ ਨੇ ਬੋਲਿਆ ਜਿਹੜਾ ਤੁਸੀਂ ਸਾਨੂੰ ਟੈਕਸ ਦਿਓਗੇ ਨਾ ਉਹ ਸਿਰਫ ਔਰ ਸਿਰਫ ਕੈਸ਼ ਦੇ ਵਿੱਚ ਤੁਸੀਂ ਪੇ ਕਰਨਾ ਆ, ਓਕੇ। ਪਹਿਲਾਂ ਕੀ ਹੁੰਦਾ ਸੀਗਾ? ਪਹਿਲਾਂ ਇਹਨਾਂ ਨੇ ਬੋਲਿਆ ਸੀਗਾ ਕਿ ਤੁਸੀਂ ਚਾਹੇ ਟੈਕਸ ਦੇ ਦਿਓ, ਚਾਹੇ ਤੁਸੀਂ ਕੋਈ ਹੋਰ ਕੀਮਤੀ ਚੀਜ਼ ਦੇ ਸਕਦੇ ਹੋ, ਤੁਸੀਂ ਆਪਣੀ ਕ੍ਰੋਪ ਦੇ ਸਕਦੇ ਹੋ, ਰਾਈਟ। ਬਟ ਹੁਣ ਐਦਾਂ ਨਹੀਂ ਹੋਣਾ, ਠੀਕ ਹੈ। ਓਨਲੀ ਕੈਸ਼ ਦੇ ਵਿੱਚ ਹੀ ਟੈਕਸ ਪੇ ਕਰਨਾ ਹੁੰਦਾ ਸੀਗਾ, ਜਿਸ ਕਰਕੇ ਇਸ ਟਾਈਮ ਦੇ ਵਿੱਚ ਕੌਣ ਉਭਰਨਗੇ ਜੀ ਉੱਪਰ? ਮਨੀ ਲੈਂਡਰਸ, ਰਾਈਟ, ਆੜਤੀਏ ਆ ਜਾਣਗੇ, ਕਿਉਂਕਿ ਇਹਨਾਂ ਦੇ ਕੋਲੋਂ ਕੈਸ਼ ਉਧਾਰ ਲੈਣਾ ਪੈਂਦਾ ਸੀ ਫਾਰਮਰਸ ਨੂੰ, ਔਰ ਇਹਨਾਂ ਦੇ ਡੈਟ ਟ੍ਰੈਪ ਦੇ ਵਿੱਚ ਯਾਨੀ ਕਰਜ਼ੇ ਦੇ ਵਿੱਚ ਫਸ ਜਾਂਦੇ ਸੀ, ਸਾਰੀ ਜ਼ਿੰਦਗੀ ਉਹਨੂੰ ਚੁਕਾ ਹੀ ਨਹੀਂ ਪਾਉਂਦੇ ਸੀ। ਠੀਕ ਹੈ। ਆਲ ਰਾਈਟ, ਇਹ ਬਹੁਤ ਜ਼ਿਆਦਾ ਵੱਧ ਗਿਆ ਔਰ ਫਿਰ ਫਾਰਮਰਸ ਨੂੰ ਹੈਵੀ ਅਮਾਊਂਟ ਦੇ ਵਿੱਚ ਜਿਹੜਾ ਹੈਗਾ ਆ ਇੰਟਰਸਟ ਚਾਰਜ ਕਰਦੇ ਸੀ, ਓਕੇ। ਹੁਣ ਇਸ ਦੇ ਵਿੱਚ ਯਾਨੀ ਰਯਤਵਾੜੀ ਸਿਸਟਮ ਦੇ ਵਿੱਚ ਕਿੰਨਾ ਹਿੱਸਾ ਟੈਕਸ ਜਾਂਦਾ ਸੀ? ਤਾਂ ਜਿਹੜੀ ਟੋਟਲ ਪ੍ਰੋਡਕਸ਼ਨ ਹੋਈ ਹੈ ਨਾ ਉਸ ਦਾ 2/5 ਪਾਰਟ ਜੋ ਹੈ ਇਹ ਫਾਰਮਰਸ ਨੂੰ ਟੈਕਸ ਦੇ ਤੌਰ ਦੇ ਉੱਪਰ ਦੇਣਾ ਪੈਂਦਾ ਸੀ,
राइट। हाँ जी, हुण देखो तुहाडा नैक्सट सिस्टम आ जाएगा साडा महलवाड़ी सिस्टम, राइट। हुण इत्थे महल का मतलब की है मैम, महल का मतलब हो जाएगा विलेज, ठीक है। यानी कि हुण इत्थे पूरे पिंड की गल आऊगी, ना कल्ले जमीनदार की ना ही कल्ले किसान की, ठीक है। पहला देखांगे महलवाड़ी सिस्टम इंट्रोड्यूस किसने किया। इसको इंट्रोड्यूस किया गया हॉल्ट मैकेंजी वालों। कदों इंट्रोड्यूस होया 1822 दे विच, राइट। बट बाद विच रिव्यू किसने किया, लॉर्ड विलियम बेंटिक ने इसनूं 1833 दे विच रिव्यू किया सी, ओके। इस दे विच नॉर्थ वैसट फ्रंटियर आगरा एंड साडे लिए इंपॉर्टेंट पंजाब, ठीक है, पंजाब दे एरिया, दैन गंगेटिक वैली, सेंट्रल प्रोविंस, इन्हां सारियां दे विच इन्हां ने की कीता सीगा, इंट्रोड्यूस कीता सी एस सिस्टम नूं, राइट। एंड इस सिस्टम दे विच जमीनदारी एंड रैयतवाड़ी इन्हां दोनों ही सिस्टम दे जिहड़े एलीमेंट है ना, दोनों नूं इंक्लूड कर लिया गया, ठीक है, ओके। सॉरी, अगर तुसी गल करोगे इस सिस्टम दी तां इहदे विच ना जिहड़ी जमीन हुंदी सी इहनूं वंड दिंदे सीगे महलां दे विच, ठीक है, ऑलराइट। एंड इस दे विच जिहड़ा ओनरशिप दा राइट हैगा आ, ਇਹ ओनरशिप ਦਾ राइट पीजेंट्स ਦੇ ਕੋਲ ਹੀ ਰਹੂਗਾ। यानी कि ਹੁਣ ਜ਼ਮੀਨਦਾਰ नहीं हैगे ਇੱਥੇ, बट कौन हैगे ने, पीजेंट नहीं ने, यानी फार्मर्स ही ने, ठीक है। ਹੁਣ ਤੁਸੀਂ ਦੇਖੋ ਜਦੋਂ मैं बोलिया कि लैंड ਨੂੰ महल ਦੇ ਵਿੱਚ डिवाइड ਕਰਨਗੇ, ਐਸ ਦਾ मतलब ਕੀ ਹੈ, ਇੱਥੇ ਖੇਤ ਨੂੰ ਇੱਕ ਇਕਾਈ ਨਹੀਂ ਮੰਨਿਆ, ਇਹਨਾਂ ਨੇ महल ਨੂੰ ਇਕਾਈ ਮੰਨ ਲਿਆ, महल यानी कि ਵਿਲੇਜ ਨੂੰ ਹੀ, ठीक है, ਇਹਨੂੰ ਇੱਕ यूनिट ਮੰਨ ਲਿਆ ਜਾਂਦਾ ਸੀਗਾ, ਰਾਈਟ। ਐਂਡ ਕਈ ਵਾਰ ਇੱਕ ਜਾਂ ਇੱਕ ਤੋਂ ਜ਼ਿਆਦਾ ਵਿਲੇजेस ਨੂੰ ਵੀ ਕੰਬਾਈਨਡ ਕਰਕੇ ਇੱਕ महल ਮੰਨ ਲੈਂਦੇ ਸੀ, ਠੀਕ ਹੈ। ਹੁਣ ਇਹਦੇ ਪਿੰਡ ਦੇ ਹਰ ਫਾਰਮਰ ਨੂੰ ਅਲੱਗ-ਅਲੱਗ ਆਪਣਾ ਸ਼ੇਅਰ ਦੇਣਾ ਹੀ ਪੈਂਦਾ ਸੀ। ਐਦਾਂ ਨਹੀਂਗਾ ਕਿ ਪਿੰਡ ਆ ਗਿਆ ਤਾਂ ਇਹਦਾ ਮਤਲਬ ਫਾਰਮਰਸ ਆਰਾਮ ਨਾਲ ਘੁੰਮਣਗੇ, ਨਹੀਂ। ਇਸ ਦੇ ਵਿੱਚ ਹਰ ਇੱਕ ਫਾਰਮਰ ਆਪਣਾ ਸ਼ੇਅਰ ਦਿੰਦਾ ਸੀਗਾ। ਔਰ ਇਹ ਜਿਹੜਾ ਟੈਕਸ ਹੈ ਬਸ ਕੰਪਨੀ ਡਾਇਰੈਕਟ ਫਾਰਮਰ ਕੋਲ ਜਾ ਕੇ ਇਕੱਠਾ ਨਹੀਂ ਕਰਦੀ ਸੀ, ਜਿਹੜੇ ਵਿਲੇਜ ਦੇ ਹੈੱਡ ਹੁੰਦੇ ਸੀ ਨਾ, ਠੀਕ ਹੈ, ਉਹਨਾਂ ਦੇ ਕੋਲੋਂ ਜਾ ਕੇ ਹੀ ਇਹ ਵਾਲਾ ਟੈਕਸ ਜਿਹੜਾ ਹੈਗਾ ਆ ਕਲੈਕਟ ਕਰ ਲਿਆ ਜਾਂਦਾ ਸੀਗਾ, ਸਮਝ ਗਏ। ਤਾਂ ਹੁਣ ਇਹਦੇ ਵਿੱਚ ਮੈਂ ਕੀ ਬੋਲਿਆ ਕਿ ਜਿਹੜੀ ਓਨਰਸ਼ਿਪ ਹੈ ਇਹ ਪੀਜ਼ੈਂਟਸ ਦੇ ਕੋਲ ਹੈ ਨਾ। ਇਸ ਸਿਸਟਮ ਨੂੰ ਹੋਰ ਵੀ ਕਿਸੇ ਨਾਮ ਤੋਂ ਜਾਣਦੇ ਨੇ, ਇਹਨੂੰ ਬੋਲਦੇ ਆ ਮੋਡੀਫਾਈਡ ਜ਼ਮੀਨਦਾਰੀ ਸਿਸਟਮ, ਰਾਈਟ। ਹੁਣ ਤੁਸੀਂ ਕਹੋਗੇ ਮੈਮ ਜ਼ਮੀਨਦਾਰੀ ਕਿਉਂ ਬੋਲਿਆ, ਕਿਉਂਕਿ ਇਹਦੇ 'ਚ ਜ਼ਮੀਨਦਾਰ ਜਿਹੜੇ ਹੈਗੇ ਨੇ ਉਹ ਤਾਂ ਮੇਨ ਹੈੱਡ ਹੈ ਹੀ ਨਹੀਂ, ਓਨਰ ਹੈ ਹੀ ਨਹੀਂ ਲੈਂਡ ਦੇ, ਇਹ ਤਾਂ ਪੀਜ਼ੈਂਟ ਨੇ। ਦੇਖੋ ਇੱਥੇ ਮੈਂ ਤੁਹਾਨੂੰ ਹੁਣੇ ਕੀ ਦੱਸਿਆ, ਪੂਰੇ ਵਿਲੇਜ ਦੇ ਲਈ ਇੱਕ ਹੈੱਡ ਚੁਣ ਲਿਆ ਜਾਂਦਾ ਸੀ, ਰਾਈਟ। ਉਸ ਹੈੱਡ ਤੋਂ ਹੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ ਕੇ ਟੈਕਸ ਕਲੈਕਟ ਕਰਦੀ ਸੀ। ਹੁਣ ਇਹ ਜਿਹੜੇ ਹੈੱਡਮੈਨ ਹੈ ਨਾ ਜਾਂ ਫਿਰ ਲੀਡਰ ਹੈ, ਵਰਚੁਅਲੀ ਇਹ ਜ਼ਮੀਨਦਾਰੀ ਬਣ ਗਏ ਸੀ, ਸਮਝ ਗਏ। ਇਸ ਕਰਕੇ ਇਸ ਸਿਸਟਮ ਨੂੰ ਬੋਲਦੇ ਆ ਮੋਡੀਫਾਈਡ ਜ਼ਮੀਨਦਾਰੀ ਸਿਸਟਮ, ਰਾਈਟ। ਤਾਂ ਹੁਣ ਅਸੀਂ ਦੇਖੋ ਕੀ ਕੀਤਾ, ਇੱਥੇ ਅਸੀਂ ਦੇਖਣੀ ਆ ਕੁਝ ਕੰਪੈਰੇਟਿਵ ਸਟੱਡੀ। ਅਸੀਂ ਕੀਤਾ ਤਿੰਨ ਚੀਜ਼ਾਂ ਬਾਰੇ, ਕਿਹੜੀ ਪਰਮਾਨੈਂਟ ਸੈਟਲਮੈਂਟ, महलवाड़ी सिस्टम, रैयतवाड़ी सिस्टम, राइट। अगर फाउंडर देखोगे परमानेंट सेटलमेंट लॉर्ड कॉर्नवालिस, महलवाड़ी होल्ट मैकेंजी, रैयतवाड़ी थॉमस मुनरो, राइट। एरिया परमानेंट सेटलमेंट दा एरिया बंगाल, बिहार, ओडिशा, कर्नाटक रीजन, महलवाड़ी दा यूपी, एमपी, पंजाब, आगरा एंड सेंट्रल प्रोविंस, राइट। रैयतवाड़ी दा मद्रास, वेस्ट इंडिया, असम एंड ईस्ट बंगाल। ओनरशिप परमानेंट सैटलमेंट दे विच जमीनदार ओनर है, महलवाड़ी दे विच विलेज महल, बट इत्थे भी उन्हां दे अकॉर्डिंग ओनर जो है पीजेंट ही है, राइट। दैन रैयतवाड़ी सिस्टम दे विच रैयत यानी कि जिहड़े फार्मर्स है वो सीगे मेन ओनर्स, है ना। और यही वाले सारे क्वेश्चंस ने जिहड़े कि ज़्यादातर तुहानूं देखण च मिलणगे एग्जाम्स दे विच, ओके। तां हुण असीं इत्थे थोड़ा जिहा देख लैंदे आ कि अंग्रेज़ां ने ना एग्रीकल्चर यानी कि खेतीबाड़ी नूं कमर्शलाइज करता सीगा, ठीक है। तुहानूं पता ही है खेती किन्ने तरह की हुंदी है, दो तरह की, सर्वाइवल हुंदी है, कमर्शियल हुंदी है, राइट। कमर्शलाइजेशन का मतलब की है, इसका मतलब ऑब्वियसली प्रॉफिट के लिए की गई खेती या फिर प्रॉफिट के लिए किया गया कोई भी काम, है ना। हुण असीं की सोचते हैं कि मैम जो खेती कर रहा बंदा तो प्रॉफिट के वास्ते करूगा, नहीं। इत्थे मैं तुहानूं की दस्सिया कि टू टाइप की खेती है, राइट, सर्वाइवल एग्रीकल्चर एंड कमर्शियल एग्रीकल्चर। हुण मान लो एक परसन है जिसके कोल बड़ी थोड़ी जी जमीन है, ठीक है, वो बस माड़ा मोटा गुजारा करता है, थोड़ी बहुत खेती करता है, राइट। हुण वो सिर्फ अनाज ही उगांदा है, होर उन्होंने कॉटन नाल नहीं कोई मतलब या उन्होंने होर किसी कमर्शियल या कैश क्रॉप दे नाल मतलब नहीं है, वो अनाज उगा रहा है, खाण पीण वाला समान, ठीक है, जिस दे नाल जिहड़ा उनदा परिवार है बस उनदा गुजर बसर हो सके। एदा मतलब की है अपना
ਔਰ ਆਪਣੇ ਪਰਿਵਾਰ ਦਾ ਪੇਟ ਭਰਨ ਵਾਸਤੇ ਜਿਹੜੀ ਖੇਤੀ ਉਸ ਪਰਸਨ ਨੇ ਕੀਤੀ ਉਹਨੂੰ ਬੋਲਾਂਗੇ ਸਰਵਾਈਵਲ ਐਗਰੀਕਲਚਰ, ਯਾਨੀ ਕਿ ਸਰਵਾਈਵ ਕਰੇਗਾ ਉਹ ਪਰਸਨ ਉਸ ਖੇਤੀ ਦੇ ਕਰਕੇ, ਰਾਈਟ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਕਮਰਸ਼ੀਅਲ ਐਗਰੀਕਲਚਰ ਦੀ, ਤਾਂ ਕਮਰਸ਼ੀਅਲ ਐਗਰੀਕਲਚਰ 'ਚ ਕੀ ਹੁੰਦਾ ਆ, ਇਹਦੇ 'ਚ ਨਾ ਪ੍ਰੋਫਿਟ ਕਮਾਉਣ ਵਾਸਤੇ ਖੇਤੀ ਕੀਤੀ ਜਾਂਦੀ ਹੈ, ਰਾਈਟ। ਹੁਣ ਇਸ ਦੇ ਵਿੱਚ ਕਮਰਸ਼ੀਅਲ ਕ੍ਰੌਪਸ ਯਾਨੀ ਕਿ ਜਿਹੜੀਆਂ ਕੈਸ਼ ਕ੍ਰੌਪਸ ਹੁੰਦੀਆਂ ਉਹਨਾਂ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਨੂੰ ਕਿ ਅੱਗੇ ਜਾ ਕੇ ਬੰਦਾ ਮਾਰਕੀਟ ਦੇ ਵਿੱਚ ਸੇਲ ਕਰ ਸਕੇ, ਰਾਈਟ, ਤੇ ਪ੍ਰੋਫਿਟ ਗੇਨ ਕਰ ਸਕੇ। ਹੁਣ ਇਹਦਾ ਫਿਰ ਜਿਹੜਾ ਬੈਨੀਫੀਸ਼ੀਅਲ ਜਿਹੜੀ ਹੈਗੀ ਹੈ ਜਿਹੜੀ ਬੈਨੀਫੀਸ਼ੀਅਰੀ ਹੋਣਗੇ ਉਹ ਕੌਣ ਹੋਏਗਾ? ਓਬਵੀਅਸਲੀ ਅੱਜ ਦੇ ਟਾਈਮ ਦੇ ਵਿੱਚ ਤਾਂ ਅਸੀਂ ਕਹਾਂਗੇ ਕਿਸਾਨ ਹੈ, ਰਾਈਟ। ਬਟ ਅੱਜ ਦੇ ਟਾਈਮ 'ਚ ਲੱਗ ਰਿਹਾ ਜਦੋਂ ਤੁਸੀਂ ਉਦੋਂ ਗੱਲ ਕਰੋਗੇ ਨਾ ਤਾਂ ਉਦੋਂ ਕਮਰਸ਼ੀਅਲ ਐਗਰੀਕਲਚਰ ਵਾਜ਼ ਨੋਟ ਦ ਗੁੱਡ ਥਿੰਗ। ਵਾਈ ਮੈਮ? ਦੇਖੋ ਇਸ ਦੇ ਵਿੱਚ ਕੀ ਸੀਗਾ, ਅੰਗਰੇਜ਼ਾਂ ਨੇ ਕੀ ਕੀਤਾ, ਬਿਲਕੁਲ ਕਮਰਸ਼ੀਅਲਾਈਜੇਸ਼ਨ ਵਾਲੀ ਲੈ ਗਿਆ ਐਗਰੀਕਲਚਰ ਨੂੰ। ਇਹਨਾਂ ਨੂੰ ਕੋਈ ਮਤਲਬ ਨਹੀਂ ਫੂਡ ਜੋ ਹੈ ਇਹ ਉੱਗ ਵੀ ਰਿਹਾ ਕਿ ਨਹੀਂ, ਠੀਕ ਹੈ, ਇਹਨਾਂ ਨੂੰ ਕੋਈ ਮਤਲਬ ਨਹੀਂ ਈਟਿੰਗ ਕ੍ਰੌਪਸ ਦੇ ਨਾਲ। ਇਹ ਕੀ ਕਹਿ ਰਹੇ ਹੈ, ਬਿਲਕੁਲ ਈਟਿੰਗ ਕ੍ਰੌਪਸ ਨੂੰ ਚਾਹੇ ਖਤਮ ਕਰ ਦੋ, ਬਟ ਇਹਨਾਂ ਨੇ ਜ਼ਿਆਦਾ ਧਿਆਨ ਹੀ ਕਮਰਸ਼ੀਅਲ ਕ੍ਰੌਪਸ ਵੱਲ ਦੇ ਦਿੱਤਾ, ਰਾਈਟ, ਜਿਸ ਦੇ ਨਾਲ ਫਿਰ ਇੰਡੀਆ ਦੇ ਵਿੱਚ ਫੂਡ ਕ੍ਰਾਈਸਿਸ ਵੀ ਆਏ, ਹੈ ਨਾ। ਔਰ ਇਹ ਸਾਰਾ ਕੁਝ ਜੋ ਹੈ ਇੰਡੀਆ ਦੀ ਇਕਨੋਮੀ ਨੂੰ ਹੋਰ ਵੀ ਜ਼ਿਆਦਾ ਨੀਚੇ ਲੈ ਕੇ ਜਾ ਰਿਹਾ ਸੀ। ਤਾਂ ਤੁਸੀਂ ਸਮਝ ਪਾ ਰਹੇ ਹੋਗੇ ਕਿਸ ਤਰ੍ਹਾਂ ਇੰਪੀਰੀਅਲ ਪਾਲਿਸੀਜ਼ ਨੇ, ਕਿਸ ਤਰ੍ਹਾਂ ਇਹਨਾਂ ਦੇ ਲੈਂਡ ਰੈਵਨਿਊ ਸਿਸਟਮ ਨੇ ਜੋ ਹੈ, ਕਿਸ ਤਰ੍ਹਾਂ ਇਹਨਾਂ ਦੀ ਇਕਨੋਮਿਕ ਪਾਲਿਸੀਜ਼ ਨੇ ਇੰਡੀਆ ਦੇ ਰੂਲਰਸ ਨੂੰ ਆਪਣਾ ਬਣਾਇਆ ਪਪੈਟ ਐਂਡ ਇੰਡੀਆ ਦੀ ਇਕਨੋਮੀ ਨੂੰ ਆਪਣੇ ਅੰਡਰ ਲਿਆਂਦਾ, ਰਾਈਟ। ਤੇ ਜਦੋਂ ਕਿਸੇ ਵੀ ਜਗ੍ਹਾ ਤੇ ਇਕਨੋਮੀ ਖਤਮ ਹੋ ਜਾਏਗੀ, ਜਦੋਂ ਕਿਸੇ ਵੀ ਜਗ੍ਹਾ ਦੇ ਫਾਈਨਾਂਸ ਜੋ ਹੈ ਇਹ ਕਿਸੇ ਕੰਪਨੀ ਕੋਲ ਚਲੇ ਜਾਣਗੇ ਤਾਂ ਓਬਵੀਅਸਲੀ ਇਹ ਜਿਹੜੇ ਰਾਜੇ ਨੇ ਇਹ ਤਾਂ ਖਤਮ ਹੋ ਹੀ ਜਾਣੇ ਆ। ਇਹੀ ਕਾਰਨ ਸੀਗਾ ਕਿ ਧੀਰੇ ਧੀਰੇ ਕਰਕੇ ਇੰਡੀਆ ਜੋ ਹੈ ਇਹ ਡਾਊਨਫਾਲ ਵੱਲ ਆਣਾ ਸਟਾਰਟ ਹੋ ਗਿਆ, ਠੀਕ ਹੈ। ਹਾਂਜੀ, ਤਾਂ ਅੱਜ ਅਸੀਂ ਇੱਥੇ ਤੱਕ ਹੀ ਕਰਨਾ ਸੀਗਾ। ਆਈ ਹੋਪ ਕਿ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਵੇਗਾ। ਤੁਸੀਂ ਆਪਣੀ ਨਾ ਲੂਸੈਂਟ ਦੀ ਬੁੱਕ ਉਠਾ ਕੇ ਦੇਖ ਲੈਣਾ, ਕਿਉਂਕਿ ਆਪਾਂ ਕੀ ਕਹਿੰਦੇ ਹੁੰਦੇ ਆ ਕਿ ਜ਼ਿਆਦਾਤਰ ਲੂਸੈਂਟ ਦੀ ਬੁੱਕ ਅਗਰ ਦੇਖੀਏ ਤਾਂ ਉਹਦੇ ਵਿੱਚੋਂ ਜੋ ਕੁਝ ਹੈਗਾ ਅਗਰ ਉਹ ਸਾਨੂੰ ਆਉਂਦਾ ਤਾਂ ਇਸ ਦਾ ਮਤਲਬ ਹੈ ਸਾਡਾ ਪੇਪਰ ਕਲੀਅਰ ਹੋ ਜਾਊਗਾ, ਰਾਈਟ। ਛੋਟੇ ਮੋਟੇ ਪੇਪਰ ਤਾਂ ਵੈਸੇ ਹੀ ਲੂਸੈਂਟ ਜਾਣ ਨਹੀਂ ਦਿੰਦੀ, ਹੈ ਨਾ। ਤਾਂ ਤੁਸੀਂ ਦੇਖ ਲੈਣਾ ਉਸ ਦੇ ਵਿੱਚੋਂ ਅਗਰ ਤੁਸੀਂ ਹਿਸਟਰੀ ਦੇਖੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ 100% ਮੈਂ ਟਰਾਈ ਕੀਤਾ ਹੈ ਕਿ ਉਹਦੇ ਵਿੱਚੋਂ ਹਰ ਇੱਕ ਚੀਜ਼ ਨੂੰ ਕਵਰ ਕੀਤਾ ਜਾ ਸਕੇ, ਠੀਕ ਹੈ। ਅਗਰ ਤੁਸੀਂ ਪਹਿਲੀ ਵਾਰ ਇਹ ਸੈਸ਼ਨ ਦੇਖਿਆ ਸੀ ਤਾਂ ਥੈਂਕ ਯੂ ਫॉर ਵਾਚਿੰਗ ਐਂਡ ਪਿਛਲੀ ਵਾਲੀ ਸੀਰੀਜ਼ ਜ਼ਰੂਰ ਦੇਖ ਲੈਣਾ, ਬਿਕਾਜ਼ ਹਿਸਟਰੀ ਨੂੰ ਜਦੋਂ ਤੁਸੀਂ ਕੰਟੀਨਿਊ ਦੇਖਦੇ ਹੋ ਤਾਂ ਹੀ ਤੁਹਾਨੂੰ ਬੈਨੀਫਿਟ ਹੁੰਦਾ ਹੈ, ਠੀਕ ਹੈ। ਔਰ ਜਿੱਦਾਂ ਹੀ ਸਾਡਾ ਹਿਸਟਰੀ ਦੀ ਮਾਡਰਨ ਹਿਸਟਰੀ ਦਾ ਕ੍ਰੈਸ਼ ਕੋਰਸ ਕੰਪਲੀਟ ਹੋਏਗਾ, ਆਫਟਰ ਦੈਟ ਅਸੀਂ ਪੋਲਿਟੀ ਸਟਾਰਟ ਕਰਾਂਗੇ। ਬਟ ਜਦੋਂ ਪੋਲਿਸੀ ਸਟਾਰਟ ਹੋਏਗੀ ਤਾਂ ਪੋਲਿਟੀ ਦੇ ਨਾਲ ਨਾਲ ਸਾਇੰਸ ਦੇ ਲੈਕਚਰ ਵੀ ਤੁਹਾਨੂੰ ਮਿਲਣ ਲੱਗ ਜਾਣਗੇ, ਠੀਕ ਹੈ। ਸੋ ਥੈਂਕ ਯੂ ਸੋ ਮਚ, ਹੈਵ ਅ ਨਾਈਸ ਟਾਈਮ, ਕੀਪ ਸਟੱਡਿੰਗ, ਬਾਏ ਬਾਏ।